ਵਾਹਿਗੁਰੂ ਸਾਹਿਬ ਜੀ। ਮਨ ਲੋਚੈ ਹਰ ਮਿਲਣ ਕੋ, ਕਿਉ ਦਰਸ਼ਨ ਪਾਈਆ। ਮੈਂ ਲਖ ਵਿੜਤੇ ਸਾਹਿਬਾ, ਜੇ ਬਿੰਦ ਬੁਲਾਈਆਂ। ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇ ਵਡਨਾ ਸਾਈਆਂ। ਮੈਂ ਦਸਹੋ ਮਾਰਗ ਸੰਤ ਹੋ, ਕਿਉ ਪ੍ਰਭੂ ਮਿਲਾਈਆਂ। ਕਿਰਪਾ ਕੀਜੈ ਦਾਸ ਪਰ, ਕੁੰਟ ਨਵਾਉ ਚਾਰ। ਨਾਮ ਤਿਹਾਰੋ ਜੋ ਜਪੈ, ਭਏ ਸਿੰਧ ਭਵ ਪਾਰ। ਕਿਰਪਾ ਕੀਜੈ ਦਾਸ ਪਰ, ਕੁੰਟ ਨਵਾਉ ਚਾਰ। ਨਾਮ ਤਿਹਾਰੋ ਜੋ ਜਪੈ, ਭਏ ਸਿੰਧ ਭਵ ਪਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਸਿੱਖ ਰਹਿਤ ਸੁਣਾਓ ਮੇਰੇ ਮੀਤ, ਉਠ ਪ੍ਰਭਾਤ ਕਰੇ ਹਿਤ ਚੀਤ। ਗੁਰ ਸਿੱਖ ਰਹਿਤ ਸੁਣਾਓ ਮੇਰੇ ਮੀਤ, ਉਠ ਪ੍ਰਭਾਤ ਕਰੇ ਹਿਤ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਬੀਤੇ ਦਿਨਾਂ ਤੋਂ ਇਸ ਪਾਵਨ ਅਸਥਾਨ ਤੇ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਸਮਾਗਮ ਆਰੰਭ ਹੋਏ ਨੇ ਤੇ ਬੀਤੇ ਦਿਨਾਂ ਤੋਂ ਖਾਲਸਾ ਮਹਿਮਾ ਅਤੇ ਖਾਲਸਾ ਮੂਲ ਮੰਤਰ ਦੀ ਵਿਆਖਿਆ ਆਪ ਸਭ ਸੰਗਤ ਦੇ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਉਸਤਤ, ਖਾਲਸੇ ਦੀ ਮਹਿਮਾ ਕੀਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮੇਰਾ ਖਾਲਸਾ ਐਸਾ ਮਹਾਨ ਹੈ ਕਿ ਜੋ ਕੁਝ ਵੀ ਇਸ ਸੰਸਾਰ ਤੇ ਅਤੇ ਬ੍ਰਹਮੰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਹੈ, ਮੈਂ ਆਪਣਾ ਸਾਰਾ ਕੁਝ ਹੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾ ਦਿੱਤਾ। ਖਾਲਸਾ ਮੇਰੋ ਭਵਨ ਭੰਡਾਰ। ਸਤਿਗੁਰੂ ਕਹਿੰਦੇ, ਇਸ ਗੁਰੂ ਘਰ ਦੇ ਖਜ਼ਾਨੇ ਦੇ ਮੂੰਹ ਸਦਾ ਖਾਲਸੇ ਵਾਸਤੇ ਖੁੱਲੇ, ਤੇ ਜਿਹੜਾ ਖਾਲਸਾ ਹੋ ਜਾਵੇਗਾ ਉਹ ਆਮ ਇਨਸਾਨ ਨਹੀਂ। ਕਹਿੰਦੇ ਇਨਸਾਨ ਤੋਂ ਦੇਵਤਾ ਬਣ ਜਾਵੇਗਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰੂ ਨੇ ਸ਼ਬਦ ਵਰਤੇ, ਖਾਲਸਾ ਮੇਰੋ ਸਤਿਗੁਰ ਪੂਰਾ। ਪਾਤਸ਼ਾਹ ਕਹਿੰਦੇ ਖਾਲਸਾ ਸਤਿਗੁਰ ਬਣ ਜਾਵੇਗਾ। ਆਪਨ ਪਉ ਸ਼੍ਰੀ ਖਾਲਸੇ ਸੌਂਪਾ, ਦਵਿਤੇ ਰੂਪ ਸਤਿਗੁਰੂ ਗ੍ਰੰਥਾ। ਸੋ ਐਸੇ ਖਾਲਸੇ ਦੀ ਵਡਿਆਈ ਸਤਿਗੁਰੂ ਨੇ ਕੀਤੀ ਤੇ ਮਹਾਰਾਜ ਕਹਿੰਦੇ, ਰੋਮ ਰੋਮ ਰਸਨਾ ਜੇ ਪਾਵੋਂ। ਜੇ ਮੈਂ ਆਪਣੇ ਕੱਲੇ ਕੱਲੇ ਰੋਮ ਦੀ ਰਸਨਾ ਬਣਾ ਕੇ ਵੀ ਖਾਲਸੇ ਦੀ ਉਸਤਤ ਕਰਾਂ ਤੇ ਸਿੱਖੋ ਤਾਂ ਵੀ ਖਾਲਸੇ ਦੀ ਉਸਤਤ ਨਹੀਂ ਹੋਣੀ। ਪਰ ਆਪਾਂ ਅੱਜ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਦੇ ਵਿੱਚੋਂ ਇਹ ਵੇਖਾਂਗੇ ਵੀ ਸਤਿਗੁਰੂ ਨੇ ਖਾਲਸਾ ਕਿਹਾ ਕਿਹਨੂੰ ਹੈ, ਖਾਲਸਾ ਬਣ ਕੌਣ ਸਕਦਾ ਹੈ। ਅਤੇ ਦੂਸਰਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਪ੍ਰਸ਼ਨ ਭਾਈ ਨੰਦ ਲਾਲ ਜੀ ਨੇ ਕੀਤਾ ਕਿ ਪਾਤਸ਼ਾਹ ਤੁਹਾਡੇ ਦਰਸ਼ਨ ਕਿਵੇਂ ਹੋਣਗੇ। ਖਾਲਸਾ ਜੀ, ਦੁਨੀਆ ਦੇ ਵਿੱਚ ਨਾ ਚਾਰ ਤਰ੍ਹਾਂ ਦੇ ਦਰਸ਼ਨ ਨੇ। ਇੱਕ ਹੈ ਚਿੱਤਰ ਦਰਸ਼ਨ, ਇੱਕ ਹੈ ਸ਼ਰਵਣ ਦਰਸ਼ਨ, ਇੱਕ ਹੈ ਸੁਪਨ ਦਰਸ਼ਨ ਤੇ ਇੱਕ ਹੈ ਪ੍ਰਤੱਖ ਦਰਸ਼ਨ। ਚਿੱਤਰ ਦਰਸ਼ਨ ਤੋਂ ਭਾਵ ਉਹ ਤਸਵੀਰ, ਜਿਸ ਤਸਵੀਰ ਨੂੰ ਵੇਖ ਕੇ ਗੁਰੂ ਚੇਤੇ ਆ ਜਾਵੇ, ਉਸ ਨੂੰ ਚਿੱਤਰ ਦਰਸ਼ਨ ਕਹਿ ਦਿੰਦੇ। ਦੂਸਰਾ ਹੈ ਸ਼ਰਵਣ ਦਰਸ਼ਨ, ਜਦੋਂ ਗੁਰੂ ਦੀ ਉਸਤਤ, ਗੁਰੂ ਦੀ ਵਡਿਆਈ ਸੁਣਦੇ ਆ, ਸਤਿਗੁਰੂ ਦੀ ਵਡਿਆਈ ਸੁਣ ਕੇ ਮਨ ਵਿੱਚ ਗੁਰੂ ਦੀ ਤਸਵੀਰ ਬਣ ਜਾਵੇ, ਉਹ ਸ਼ਰਵਣ ਦਰਸ਼ਨ ਹੈ। ਫਿਰ ਹੈ ਸੁਪਨ ਦਰਸ਼ਨ, ਆਓ ਸੁਭਾਗੀ ਨੀਂਦੜੀਏ ਮੈਂ ਆਪਨੜਾ ਫਿਰ ਮਿਲਿਆ। ਸੁਪਨੇ ਵਿੱਚ ਵੀ ਖੁਦਾ ਮਿਲ ਜਾਵੇ, ਜਿਵੇਂ ਭਾਈ ਵੀਰ ਸਿੰਘ ਜੀ ਨੇ ਕਿਹਾ, ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾਗ ਲਵਕੜੀ ਪਾਈ। ਅਸੀਂ ਤੇ
ਦੁਨੀਆ ਵਿੱਚ ਅੱਖਾਂ ਸੁਣੋ। ਉਠ ਪ੍ਰਭਾਤ ਕਰੇ ਹਿਤ ਚੀਤ। ਗੁਰਸਿੱਖ ਦੀ ਸਭ ਤੋਂ ਪਹਿਲੀ ਰਹਿਤ ਦਾ ਨੇਮ ਹੈ ਉਠ ਪ੍ਰਭਾਤ ਕਰੇ ਹਿਤ ਚੀਤ। ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਉੱਠ ਕਰਕੇ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਚੇਤੇ ਕਰੇ। ਗੁਰੂ ਰਾਮਦਾਸ ਜੀ ਦੇ ਜੋ ਪਾਕ ਬੋਲ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰ ਅੰਮ੍ਰਿਤ ਸਰਨਾਵੈ। ਖਾਲਸਾ ਜੀ, ਇੱਕ ਸਵਾਲ ਹੈ ਸਾਡੇ ਮਨਾਂ ਵਿੱਚ ਆਉਂਦਾ ਵੀ ਬਾਣੀ ਪੜ੍ਹੀਏ ਪਹਿਲਾਂ ਕਿ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੀਏ। ਪਰ ਗੁਰੂ ਰਾਮਦਾਸ ਜੀ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਤੇਰੀ ਜਾਗ ਖੁੱਲੇ ਨਾ, ਤੇ ਅੰਮ੍ਰਿਤ ਵੇਲੇ ਜਾਗ ਖੁੱਲਣ ਵੇਲੇ ਸਭ ਤੋਂ ਪਹਿਲਾਂ ਜਿਸ ਬਿਸਤਰੇ ਤੇ ਜਿਸ ਆਸਣ ਤੇ ਤੂੰ ਸੁੱਤਾ ਸੀ ਉਸੇ ਆਸਣ ਤੇ ਤੂੰ ਚੌਂਕੜਾ ਲਾ ਕੇ ਬੈਠ ਜਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ। ਜਦੋਂ ਜਾਗ ਖੁੱਲੇ ਉੱਠੇ ਉਦੋਂ ਹੀ ਚੌਂਕੜਾ ਲਾ ਲੈ। ਉੱਠ ਹਰ ਨਾਮ ਧਿਆਵੈ। ਇੱਕ ਵਾਰੀ ਚੌਂਕੜਾ ਲਾ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ, ਵਾਹਿਗੁਰੂ ਗੁਰਮੰਤਰ ਦੀ ਧੁਨੀ ਬੜੇ ਸਹਿਜੇ ਚਲਾਉਣ ਲੱਗ ਜਾ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤੇ ਕਹਿੰਦੇ ਕੁਝ ਪਲ ਚੌਂਕੜਾ ਲਾ ਕੇ ਸਿਮਰਨ ਕਰਨ ਤੋਂ ਬਾਅਦ ਫਿਰ ਇੱਕ ਹੋਰ ਕੰਮ ਕਰੀ, ਉਦਮ ਕਰੇ। ਪਹਿਲਾਂ ਉੱਠ ਕੇ ਚੌਂਕੜਾ ਲਾ ਕੇ ਨਾਮ ਜਪ, ਫਿਰ ਉਦਮ ਕਰੇ, ਫਿਰ ਉਦਮ ਕਰ, ਥੋੜੀ ਜੀ ਮਿਹਨਤ ਕਰ। ਭਾਵ ਆਲਸ ਛੱਡ ਕੇ, ਨੀਂਦ ਦਾ ਖਹਿੜਾ ਛੱਡ ਕੇ ਬਿਸਤਰੇ ਤੋਂ ਆਸਣ ਤੋਂ ਖੜਾ ਹੋ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰ। ਫਿਰ ਇਸ਼ਨਾਨ ਕਰ ਆਪਣੇ ਤਨ ਦਾ, ਆਪਣੇ ਸਰੀਰ ਦਾ ਇਸ਼ਨਾਨ ਕਰ, ਅੰਮ੍ਰਿਤ ਸਰਨਾਵੈ। ਹੁਣ ਵੇਖੋ, ਇਸ਼ਨਾਨ ਤੇ ਨਹਾਵੈ ਦੋਵਾਂ ਦਾ ਮਤਲਬ ਇੱਕ ਹੈ। ਪਰ ਸਤਿਗੁਰੂ ਕਹਿੰਦੇ ਪਹਿਲਾਂ ਉੱਠ ਕੇ ਚੌਂਕੜਾ ਲਾ ਕੇ ਨਾਮ ਜਪ, ਨਾਮ ਜਪਣ ਤੋਂ ਬਾਅਦ ਉਦਮ ਕਰਕੇ ਫਿਰ ਤੂੰ ਉੱਠ ਕੇ ਇਸ਼ਨਾਨ ਕਰ, ਤੇ ਤਨ ਦੇ ਇਸ਼ਨਾਨ ਤੋਂ ਬਾਅਦ ਫਿਰ ਤੂੰ ਨਾਮ ਦੇ ਅੰਮ੍ਰਿਤ ਸਰੋਵਰ ਵਿੱਚ ਫਿਰ ਚੁੱਭੀਆਂ ਲਾ। ਪਹਿਲਾਂ ਉੱਠ ਨਾਮ ਜਪ, ਫਿਰ ਇਸ਼ਨਾਨ ਕਰ, ਫਿਰ ਇਸ਼ਨਾਨ ਕਰਨ ਤੋਂ ਬਾਅਦ ਦੁਬਾਰਾ ਚੌਂਕੜਾ ਲਾ ਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜ ਜਾ। ਉੱਠ ਚਲ ਅੱਗੇ ਨਾਮ ਜਪ। ਅੰਮ੍ਰਿਤ ਵੇਲੇ ਉੱਠ ਕਰਕੇ ਪੋ ਫੁਟਾਲੇ ਉੱਠ ਕੇ ਪ੍ਰਮਾਤਮਾ ਦਾ ਭਜਨ ਕਰ। ਵਾਹਿਗੁਰੂ ਪੁਨ ਮੰਤਰ ਸੁਜਾਪ। ਤੇ ਭਾਈ ਸਾਹਿਬ ਨੇ ਸਪਸ਼ਟ ਕੀਤਾ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ। ਕਿਉਂਕਿ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਇਹ ਕੇਵਲ ਵਾਹ ਵਾਹ ਹਾ ਹਾ ਗੱਗਾ ਰਾਰਾ ਇਕੱਠਾ ਕਰਕੇ ਇਹ ਨਹੀਂ ਵੀ ਕੋਈ ਆਮ ਜਿਹਾ ਸ਼ਬਦ ਦੇ ਦਿੱਤਾ ਵੀ ਜਪੀ ਚੱਲੋ। ਇਹ ਸ਼ਬਦ ਦੇ ਵਿੱਚ ਤਾਕਤ ਹੈ, ਕਰਾਮਾਤ ਹੈ, ਨਿਆਮਤਾਂ ਨੇ ਗੁਰੂ ਨਾਨਕ ਦੀਆਂ। ਕਿਉਂਕਿ ਇਸੇ ਵਾਹਿਗੁਰੂ ਗੁਰਮੰਤਰ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਰਾਵੀ ਦਰਿਆ ਦੇ ਕਿਨਾਰੇ ਤੇ ਬੈਠ ਕਰਕੇ ਜਪਿਆ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਸਾਨੂੰ ਤੇ ਗੱਦਿਆਂ ਤੇ ਬਹਿ ਕੇ ਨਾਮ ਭੁੱਲ ਜਾਂਦਾ। ਗੁਰੂ ਨਾਨਕ ਸਾਹਿਬ ਨੇ ਰੋੜਿਆਂ ਦੀ ਵਛਾਈ, ਪੱਥਰਾਂ ਦੇ ਉੱਤੇ ਬੈਠ ਕੇ ਰਾਵੀ ਦਰਿਆ ਦੇ ਕਿਨਾਰੇ ਤੇ ਨਾਮ ਜਪਿਆ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ। ਉੱਥੇ ਤਪ ਕੀਤਾ ਨਾਮ ਜਪ ਕੇ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ਼੍ਰੀ ਗੁਰੂ ਨਾਨਕ ਜਪਿਓ ਸਹੀ। ਸਾ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਜਿਹੜਾ ਵਾਹਿਗੁਰੂ ਗੁਰਮੰਤਰ ਦਿੱਤਾ ਸਿੱਖਾ, ਇਸ ਗੁਰਮੰਤਰ ਨੂੰ ਗੁਰੂ ਨਾਨਕ ਨੇ ਆਪਣੀ ਰਸਨਾ ਤੇ ਟਿਕਾਇਆ ਸੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਚ ਆਇਆ, ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀ, ਵਾਹਿਗੁਰੂ 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 ਵਾਹਿ ਜੀਓ। ਆਦ ਪੁਰਖ ਸਦਾ ਤੁਹੀ, ਭਾਵ ਆਦ ਕਾਲ ਤੋਂ ਵਾਹਿਗੁਰੂ ਗੁਰਮੰਤਰ ਦੇ ਨਾਮ ਦੀ ਧੁਨੀ ਚੱਲ ਰਹੀ ਹੈ। ਮੈਂ ਇੱਕ ਖਿੰਨ ਮਾਤਰ ਬੇਨਤੀ ਕਰਾਂ, ਵੇਖੋ ਵੈਸੇ ਤੇ ਜਿਹੜਾ ਸਿਮਰਨ ਕਰੇਗਾ ਅਨੁਭਵ ਹੀ ਕਰ ਸਕਦਾ, ਗੱਲਾਂ ਬਾਤਾਂ ਦੇ ਨਾਲ ਬਹੁਤੀ ਖੇਡ ਸਮਝ ਨਹੀਂ ਆਉਂਦੀ। ਪਰ ਜਦੋਂ ਵਾਹਿਗੁਰੂ ਗੁਰਮੰਤਰ ਜਪਦੇ ਆ ਨਾ, ਚੌਂਕੜਾ ਲਾ ਕੇ ਨੇਤਰ ਬੰਦ ਕਰਕੇ, ਜਦੋਂ ਵਾਹਿਗੁਰੂ ਗੁਰਮੰਤਰ ਦੀ ਧੁਨੀ ਬਣਾਉਨੇ ਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਨੂੰ ਵਾਹਿਗੁਰੂ ਦੀ ਧੁਨੀ ਵਿੱਚ ਜੋੜਦੇ ਆ ਨਾ, ਫਿਰ ਇੱਕ ਸਮਾਂ ਆਉਂਦਾ ਖਾਲਸਾ ਜੀ, ਇਹ ਅੱਖਰ ਖਿਰ ਜਾਹੇਂਗੇ ਓਏ ਅਖਰ ਇਨਮੇ ਨਾਹੇ। ਇਸ ਵਾਹਿਗੁਰੂ ਦੀ ਧੁਨੀ ਦੇ ਵਿੱਚੋਂ ਉਹ ਅਨਹਦ ਨਾਦ ਪ੍ਰਗਟ ਹੁੰਦਾ ਹੈ, ਜਿਸ ਬਾਰੇ ਗੁਰੂ ਅਮਰਦਾਸ ਜੀ ਨੇ ਕਿਹਾ, ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਜੋ ਬ੍ਰਹਮੰਡ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਧੁਨੀ ਚੱਲ ਰਹੀ ਹੈ, ਉਹ ਸੁਣਨ ਨੂੰ ਮਿਲਦੀ ਹੈ। ਪਰ ਤਾਂ ਜੇ ਕਿਤੇ ਉੱਠ ਕੇ ਨਾਮ ਜਪ ਕੇ
ਇਬਾਦਤ ਦੇ ਬੰਦਗੀ ਦੇ ਰਾਹ ਤੇ ਤੁਰਾਂਗੇ। ਕਰ ਇਸ਼ਨਾਨ ਪੜੇ ਜਪ ਜਾਪ। ਹੁਣ ਇੱਥੇ ਵੀ ਸਪਸ਼ਟ ਕੀਤਾ ਵੀ ਅੱਖਾਂ ਖੁੱਲਣ, ਅੱਖਾਂ ਖੁੱਲਦੇ ਸਰ ਪਹਿਲਾਂ ਨਾਮ ਜਪ, ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜਾਪ ਸਾਹਿਬ ਪੜ੍ਹ। ਅੱਜ ਬੰਦੇ ਦਾ ਸੁਭਾਅ ਏ ਸਰਾਣੇ ਦੇ ਕੋਲ ਫੋਨ ਰੱਖਿਆ ਹੁੰਦਾ, ਅੱਖਾਂ ਖੁੱਲਦੀਆਂ ਪਹਿਲਾਂ ਵੇਂਦਾ ਵੀ ਮੈਸੇਜ ਕਿਹਦਾ ਆਇਆ, ਪਹਿਲਾਂ ਇਹ ਵੇਖਦਾ ਵੀ ਫੋਨ ਤਾਂ ਨਹੀਂ ਕਿਸੇ ਦਾ ਆ ਗਿਆ। ਪਰ ਮੈਂ ਬੇਨਤੀ ਕਰਾਂ, ਗੁਰਸਿੱਖ ਦੀ ਰਹਿਤ ਇਹ ਹੈ, ਖਾਲਸੇ ਦੀ ਰਹਿਤ ਇਹ ਹੈ, ਅੱਖਾਂ ਖੁੱਲਣ ਸਭ ਤੋਂ ਪਹਿਲਾਂ ਨਾਮ ਜਪੇ, ਫਿਰ ਇਸ਼ਨਾਨ ਕਰੇ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰੇ। ਤੇ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਇਸ ਤਰ੍ਹਾਂ ਕਰੇ ਜਿਵੇਂ ਗੁਰੂ ਨਾਨਕ ਦੇ ਨਾਲ, ਗੁਰੂ ਗੋਬਿੰਦ ਸਿੰਘ ਦੇ ਨਾਲ ਗੱਲਾਂ ਕਰ ਰਿਹਾ ਹੈ। ਦਰਸ਼ਨ ਕਰੇ ਮੇਰਾ ਪੁੰਨ ਆਏ। ਤੇ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗੱਲ ਕਹਿ ਰਹੇ ਨੇ, ਨਿਤਨੇਮ ਕਰਨ ਤੋਂ ਬਾਅਦ ਦਰਸ਼ਨ ਕਰੇ ਮੇਰਾ ਪੁੰਨ ਆਏ। ਗੁਰੂ ਘਰ ਆ ਕੇ ਫਿਰ ਸਤਿਗੁਰੂ ਦੇ ਦਰਸ਼ਨ ਕਰੇ। ਅਦਬ ਸਿਉ ਬੈਠ ਰਹਿ ਚਿਤ ਲਾਏ। ਪਰ ਜਦੋਂ ਗੁਰੂ ਘਰ ਸੰਗਤ ਵਿੱਚ ਆਵੇ ਤੇ ਬੜੇ ਅਦਬ ਸਤਿਕਾਰ ਨਾਲ ਬੈਠੇ, ਚੌਂਕੜਾ ਲਾ ਕਰਕੇ ਇਕਾਗਰ ਚਿੱਤ ਹੋ ਕੇ ਮਨ ਦੇ ਫੁਰਨਿਆਂ ਨੂੰ ਕਾਬੂ ਵਿੱਚ ਲਿਆ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਅਦਬ ਨਾਲ ਬੈਠ ਕੇ ਚਿੱਤ ਦੇ ਵਿੱਚ ਪ੍ਰਮਾਤਮਾ ਨੂੰ ਜਪੇ। ਤੀਨ ਪਹਿਰ ਜਬ ਬੀਤੇ ਜਾਨ। ਤੇ ਸਤਿਗੁਰੂ ਕਹਿੰਦੇ ਜਦੋਂ 3 ਪਹਿਰ ਬੀਤ ਜਾਣ ਨਾਮ ਜਪਦੇ ਜਪਦੇ। ਕਥਾ ਸੁਨੈ ਗੁਰ ਹਿਤ ਚਿਤ ਠਾਨ। ਤੇ ਫਿਰ ਗੁਰ ਸ਼ਬਦ ਦੀ ਕਥਾ ਸੁਣੇ, ਗੁਰਬਾਣੀ ਦੀ ਕਥਾ ਸੁਣੇ, ਇਤਿਹਾਸ ਦੀ ਕਥਾ ਸੁਣੇ। ਕਿਉਂਕਿ ਜਦੋਂ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਸੁਣਦੇ ਆ, ਸ਼ਬਦ ਦੀ ਵਿਚਾਰ ਦੇ ਨਾਲ ਖਾਲਸਾ ਜੀ ਮਨ ਵਿੱਚ ਕ੍ਰਾਂਤੀ ਆਉਂਦੀ ਹੈ। ਤੇ ਜਦੋਂ ਮਨ ਵਿੱਚ ਕ੍ਰਾਂਤੀ ਆਉਂਦੀ ਹੈ, ਫਿਰ ਨਾਮ ਜਪਣ ਦੇ ਵੱਲ ਸਾਡੇ ਦਿਲ ਭੱਜਦੇ ਨੇ। ਜਿਹੜਾ ਮਨ ਮਨੁਆ ਦੈ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੈ। ਜਿਹੜਾ ਮਨ ਦਸ਼ਾਂ ਦਿਸ਼ਾਵਾਂ 'ਚ ਭੱਜਦਾ, ਜਦੋਂ ਨਾਮ ਦੀ ਕਥਾ ਸੁਣਦਾ, ਹਾਂ ਹੋਵੇ ਨਾਮ ਦੀ ਕਥਾ, ਜੇ ਨਾਮ ਦੀ ਕਥਾ ਹੋਵੇ ਤੇ ਮਨ ਟਿਕਦਾ ਜ਼ਰੂਰ। ਇੱਕ ਨਾ ਬੜਾ ਹੀ ਵਧੀਆ ਨੁਕਤਾ ਹੈ, ਜੇ ਪੁਰਾਣੇ ਸਮੇਂ ਆਪਾਂ ਮਹਾਂਪੁਰਖਾਂ ਦੇ ਜੀਵਨ ਪੜ੍ਹੀਏ ਨਾ, ਭਾਵੇਂ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਪੜ੍ਹਦੇ ਆ, ਤੇ ਉਹ ਆਪਣੇ ਗੁਰਮੁਖ ਪ੍ਰਕਾਸ਼ ਵਿੱਚ ਜ਼ਿਕਰ ਕਰਦੇ ਵੀ ਸਾਡੇ ਨਗਰ ਦੇ ਵਿੱਚ ਬਾਬਾ ਸਾਹਿਬ ਸਿੰਘ ਕਲਾਧਾਰੀ ਆਏ, ਉਹਨਾਂ ਗੁਰਸ਼ਬਦ ਦੀ ਕਥਾ ਕੀਤੀ, ਕਥਾ ਤੋਂ ਪ੍ਰਭਾਵਿਤ ਹੋ ਕੇ ਖੰਡੇ ਦੀ ਪੋਲ ਲਈ। ਜੇ ਖਾਲਸਾ ਜੀ ਬਾਬਾ ਅਤਰ ਸਿੰਘ ਜੀ ਦਾ ਜੀਵਨ ਪੜਾਂਗੇ, ਉਹਦੇ ਵਿੱਚ ਵੀ ਆਏਗਾ ਵੀ ਮਹਾਂਪੁਰਖ ਆਏ, ਮਹਾਂਪੁਰਖਾਂ ਨੇ ਗੁਰੂ ਦੀ ਵਡਿਆਈ ਕੀਤੀ, ਮਹਾਂਪੁਰਸ਼ਾਂ ਤੋਂ ਪੁੱਛਿਆ ਵੀ ਜਿਵੇਂ ਤੁਹਾਡੇ ਨਾਲ ਬਚਨ ਕਰ ਰਿਹਾ, ਇਦਾਂ ਸਤਿਗੁਰੂ ਨਾਲ ਬਚਨ ਕਰ ਸਕਾਂਗਾ। ਕਥਾ ਤੋਂ ਬਾਅਦ ਜੀਵਨ ਵਿੱਚ ਅਸਰ ਹੋਇਆ। ਫਿਰ ਜੇ ਆਪਾਂ ਖਾਲਸਾ ਜੀ ਸੰਤ ਜਵਾਲਾ ਸਿੰਘ ਹਰਖੋਵਾਲ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਆਂ, ਜਾਂ ਨਵਾਬ ਬਾਬਾ ਕਪੂਰ ਸਿੰਘ ਜੀ ਦਾ ਜੀਵਨ ਪੜ੍ਹਦੇ ਆਂ, ਮੇਰੇ ਕਹਿਣ ਤੋਂ ਭਾਵ ਪੁਰਾਣੇ ਸਮੇਂ ਵਿੱਚ ਜਿੰਨੇ ਵੀ ਮਹਾਂਪੁਰਖਾਂ ਦੇ ਜੀਵਨ ਪੜਾਂਗੇ, ਉਹਦੇ ਵਿੱਚ ਆਏਗਾ ਵੀ ਨਗਰ ਵਿੱਚ ਗੁਰਮੁਖ ਪਿਆਰੇ ਆਏ, ਪਰਮਾਤਮਾ ਦੇ ਨਾਮ ਦੀ ਕਥਾ ਕੀਤੀ, ਤੇ ਕਥਾ ਤੋਂ ਬਾਅਦ ਅਸਰ ਹੋ ਗਿਆ, ਪ੍ਰਭਾਵ ਪੈ ਗਿਆ। ਪਰ ਹਾਂ, ਕਥਾ ਕਰਨ ਵਾਲੇ ਦਾ ਜੀਵਨ ਭਜਨ ਵਾਲਾ ਹੋਵੇ ਤੇ ਕਥਾ ਹੋਵੇ ਵੀ ਭਜਨ ਦੀ, ਤੇ ਮਨ ਜ਼ਰੂਰ ਗੁਰ ਸ਼ਬਦ ਵਿੱਚ ਵਿੰਨਿਆ ਜਾਂਦਾ ਹੈ। ਜਿਵੇਂ ਇੱਕ ਅਖੰਡ ਕੀਰਤਨੀ ਜਥੇ ਦੇ ਭਾਈ ਰਾਮਾ ਸਿੰਘ ਜੀ ਹੋਏ, ਭਾਵੇਂ ਕਿ ਸਨਾਤਨ ਮਤ ਦੇ ਵਿੱਚ ਜਨਮ ਹੋਇਆ ਸੀ, ਪਰ 7 ਸਾਲ ਦੀ ਉਮਰ ਦੇ ਵਿੱਚ ਨਾਮ ਜਪਣ ਬਾਰੇ ਸੁਣਿਆ। ਮਾਂ ਕੱਪੜੇ ਧੋ ਰਹੀ ਹੈ, ਮਾਂ ਨੂੰ ਜਾ ਕੇ ਪੁੱਛਿਆ ਕਿ ਮਾਂ, ਆ ਕੱਪੜਿਆਂ ਨੂੰ ਬਾਰ-ਬਾਰ ਲੱਕੜ ਦੀ ਥਾਪੀ ਨਾਲ ਕੁੱਟ ਕਿਉਂ ਰਹੀ ਹੈ? ਮਾਂ ਨੇ ਕਿਹਾ, ਬੇਟਾ ਇਹਨਾਂ ਨੂੰ ਮੈਲ ਬਹੁਤ ਲੱਗੀ ਹੈ, ਜਿਨ੍ਹਾਂ ਨੂੰ ਮੈਲ ਜ਼ਿਆਦੀ ਲੱਗ ਜਾਵੇ ਉਹਨਾਂ ਨੂੰ ਕੁੱਟ ਪੈਂਦੀ ਹੈ, ਮਾਰ ਪੈਂਦੀ ਹੈ, ਤੇ ਜਿਹੜੇ ਬੰਦੇ ਨੂੰ ਮੈਲ ਲੱਗ ਜਾਵੇ ਉਹਨੂੰ ਵੀ ਜਮਾਂ ਦੀ ਮਾਰ ਪੈਂਦੀ ਹੈ। ਤੇ ਉਸ ਵਕਤ ਉਹਨਾਂ ਨੇ ਪੁੱਛਿਆ, ਮਾਂ ਕਿਵੇਂ ਬਚਿਆ ਜਾਊ ਜਮਾਂ ਦੀ ਮਾਰ ਤੋਂ? ਤੇ ਮਾਂ ਨੇ ਕਿਹਾ, ਨਾਮ ਜਪ ਕੇ। ਤੇ ਉਹ ਬਾਅਦ ਵਿੱਚ ਨਾਮ ਜਪਣ ਲੱਗੇ। ਗੁਰਸਿੱਖਾਂ ਤੋਂ ਕਲਗੀਧਰ ਪਾਤਸ਼ਾਹ ਦੀ ਵਡਿਆਈ ਸੁਣੀ ਤੇ ਉਹਨਾਂ ਨੇ ਅੰਮ੍ਰਿਤ ਛਕਿਆ, ਕਲਗੀਧਰ ਪਾਤਸ਼ਾਹ ਦੇ ਪ੍ਰਤੱਖ ਦੀਦਾਰੇ ਕੀਤੇ। ਕਲਗੀਧਰ ਦੇ ਪ੍ਰਤੱਖ ਦੀਦਾਰਿਆਂ ਤੋਂ ਬਾਅਦ ਵਿਦੇਸ਼ਾਂ ਵਿੱਚ ਰਹਿ ਕੇ ਪ੍ਰਚਾਰ ਵੀ ਕੀਤਾ। ਕਈਆਂ ਨੇ ਆਪ ਜੀ ਦੇ ਵਿੱਚ ਉਹਨਾਂ ਦੀ ਸੰਗਤ ਕੀਤੀ ਹੋਵੇਗੀ। ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਜਦੋਂ ਗੁਰ ਸ਼ਬਦ ਦੀ ਕਥਾ ਸੁਣਦੇ ਆ, ਨਾਮ ਦੀ ਵਡਿਆਈ ਸੁਣਦੇ ਆ, ਤੇ ਜੀਵਨ ਦੇ ਉੱਤੇ ਨਾਮ ਦਾ ਅਸਰ ਜ਼ਰੂਰ ਪੈਂਦਾ ਹੈ। ਸੰਧਿਆ ਸਮੇਂ ਸੁਨੈ ਰਹਿ ਰਾਸ। ਤੇ ਸਤਿਗੁਰੂ ਕਹਿੰਦੇ ਸੰਧਿਆ ਸਮੇਂ ਸੁਨੇ ਰਹਿਰਾਸ। ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਪਾਠ ਸੁਣੇ। ਸੁਣਨ ਤੋਂ ਭਾਵ ਇਹ ਨਹੀਂ ਵੀ, ਕਿਉਂਕਿ ਆਪਾਂ ਬਹੁਤਾ ਵੇਖਦੇ ਕਈ ਵਾਰ, ਠੀਕ ਹੈ,
ਕਈ ਵਾਰ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਉਹ ਨਾਲ ਫੋਨ ਤੇ ਜਾਂ ਹੋਰ ਕਿਸੇ ਜਰੀਏ ਬਾਣੀ ਸੁਣਦੇ ਆ। ਪਰ ਕਈ ਵਾਰੀ ਸਿੱਖਾਂ ਨੂੰ ਬਾਣੀ ਪੜ੍ਹਨੀ ਵੀ ਆਉਂਦੀ ਆ, ਤਾਂ ਵੀ ਕਹਿੰਦੇ ਵੀ ਕਰਨ ਦਾ ਸਮਾਂ ਨਹੀਂ ਤੇ ਨਾਲ ਲਗਾ ਕੇ ਰੱਖ ਲਓ ਤੇ ਸੁਣ ਹੀ ਲੈਂਦੇ। ਪਰ ਖਾਲਸਾ ਜੀ ਜੇ ਇਸ ਤਰ੍ਹਾਂ ਸੁਣਨੀ ਵੀ ਹੈ ਨਾ, ਫਿਰ ਸਾਰੇ ਕੰਮ ਛੱਡ ਕੇ, ਜੇ ਕੋਲ ਬਾਣੀ ਚੱਲ ਰਹੀ ਹੈ, ਬੰਦਾ ਸਾਰੇ ਕੰਮ ਛੱਡ ਕੇ ਚੌਂਕੜਾ ਲਾ ਕੇ ਬਾਣੀ ਵਿੱਚ ਸੁਰਤ ਜੁੜੇ, ਤਾਂ ਜਾ ਕਰਕੇ ਸੁਣਨ ਦਾ ਲਾਭ ਹੁੰਦਾ ਹੈ। ਕਿਉਂਕਿ ਜਿਹੜੀ ਰਹਿਰਾਸ ਸਾਹਿਬ ਦੀ ਬਾਣੀ ਹੈ, ਇਹਦੇ ਵਿੱਚ ਤਾਕਤ ਬੜੀ ਵੱਡੀ ਹੈ। ਦੋ ਸ਼ਬਦ ਨੇ ਫਾਰਸੀ ਦੇ, ਰਾਹੇ ਰਾਸਤ, ਇਹਨਾਂ ਤੋਂ ਖਾਲਸਾ ਜੀ ਰਹਿਰਾਸ ਬਣੀ ਹੈ। ਰਾਹੇ ਰਾਸਤ ਤੋਂ ਭਾਵ ਪਰਮਾਤਮਾ ਵੱਲ ਜਾਂਦਾ ਜਿਹੜਾ ਰਾਹ ਹੈ। ਜਿਹੜਾ ਰਹਿਰਾਸ ਸਾਹਿਬ ਦਾ ਰੋਜ਼ ਪਾਠ ਕਰਦਾ ਉਹਨੂੰ ਪਰਮਾਤਮਾ ਤੱਕ ਜਾਣ ਦਾ ਰਸਤਾ ਮਿਲ ਜਾਂਦਾ ਹੈ। ਤੇ ਜਿਹਨੂੰ ਪਰਮਾਤਮਾ ਤੱਕ ਜਾਣ ਦਾ ਰਸਤਾ ਮਿਲ ਜਾਵੇ, ਪਰਮਾਤਮਾ ਦੇ ਸਾਹਮਣੇ ਬਹਿ ਕੇ ਫਿਰ ਉਹੀ ਕਹਿੰਦਾ, ਤੂੰ ਕਰਤਾ ਸਚਿਆਰ ਮੈਡਾ ਸੰਗ। ਆਪਾਂ ਤੂੰ, ਜਦੋਂ ਦੋ ਬੰਦੇ ਬੈਠੇ ਹੋਣ ਨਾ, ਤੇ ਪਹਿਲਾ ਬੰਦਾ ਦੂਸਰੇ ਬੰਦੇ ਨੂੰ ਉਦੋਂ ਹੀ ਕਹਿੰਦਾ ਵੀ ਤੂੰ ਬੜਾ ਵਧੀਆ ਇਨਸਾਨ ਹੈ, ਬੜਾ ਵਧੀਆ ਵਿਅਕਤੀ ਹੈ, ਜਦੋਂ ਦੋ ਬੈਠੇ ਹੋਣ। ਰਹਿਰਾਸ ਸਾਹਿਬ ਵਿੱਚ ਬਾਰ-ਬਾਰ ਆਇਆ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਤੂੰ ਆਦ ਪੁਰਖ, ਤੂੰ ਜੁਗ ਜੁਗ ਏਕੋ। ਭਾਵ ਇਹ ਵੀ ਜਦੋਂ ਰਹਿਰਾਸ ਸਾਹਿਬ ਕਰਦੇ ਆ, ਉਦੋਂ ਕਲਗੀਧਰ ਸਾਹਮਣੇ ਹਾਜ਼ਰ ਹੈ। ਤਾਂ ਹੀ ਤਾਂ ਕਲਗੀਧਰ ਨੂੰ ਕਹਿ ਰਹੇ ਆ ਨਾ ਵੀ ਤੂੰ ਕਰਤਾ ਸਚਿਆਰ ਮੈਡਾ ਸਾਈ, ਪਾਤਸ਼ਾਹ ਤੂੰ ਸੱਚਾ ਤੇ ਤੂੰ ਮੇਰਾ ਸਾਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਰਹਿਰਾਸ ਸਾਹਿਬ ਦਾ ਪਾਠ ਸੰਧਿਆ ਸਮੇਂ ਜ਼ਰੂਰ ਗੁਰੂ ਕਾ ਸਿੱਖ ਕਰੇ ਅਤੇ ਸੁਣੇ। ਕੀਰਤਨ ਕਥਾ ਸੁਣੈ ਹਰਿ ਜਾਸ, ਅਤੇ ਗੁਰਬਾਣੀ ਦੇ ਕੀਰਤਨ ਨੂੰ ਵੀ ਸੁਣੇ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਕਥਾ ਨੂੰ ਵੀ ਸੁਣੇ। ਕਿਉਂਕਿ ਜਿਹੜਾ ਕੀਰਤਨ ਹੈ ਇਹ ਰੱਬ ਦੀ ਭਾਸ਼ਾ ਹੈ, ਪ੍ਰਮਾਤਮਾ ਦੀ ਭਾਸ਼ਾ ਹੈ। ਦਸਤਗੀਰ ਨੇ ਗੁਰੂ ਨਾਨਕ ਨੂੰ ਪੁੱਛਿਆ ਵੀ ਆ ਰਾਗ ਵਰਤਣ ਦਾ ਕੀ ਲਾਭ ਹੈ, ਧਰਮ ਦੇ ਵਿੱਚ ਰਾਗ ਦਾ ਕੀ ਮਤਲਬ ਹੈ? ਕਿਉਂਕਿ ਪੁਰਾਣੇ ਸਮੇਂ ਵਿੱਚ ਰਾਗ ਤੇ ਪਾਬੰਦੀ ਸੀ। ਸਤਿਗੁਰੂ ਕਹਿੰਦੇ ਰਾਗ ਪ੍ਰਮਾਤਮਾ ਦੀ ਭਾਸ਼ਾ ਹੈ। ਜਦੋਂ ਕੀਰਤਨ ਹੁੰਦਾ ਹੈ, ਕਿਸੇ ਨੂੰ ਗੁਰਬਾਣੀ ਦੇ ਸ਼ਬਦ ਨਾ ਵੀ ਸਮਝ ਆਉਂਦੇ ਹੋਣ, ਪਰ ਉਹ ਰਾਗ ਦੀ ਧੁਨੀ ਦੇ ਵਿੱਚ ਮੋਹਿਤ ਹੋ ਜਾਂਦਾ ਹੈ ਤੇ ਕੀਰਤਨ ਸੁਣਨ ਲੱਗ ਜਾਂਦਾ ਹੈ। ਇਸ ਕਰਕੇ ਕੀਰਤਨ ਨੂੰ, ਸੰਗੀਤ ਨੂੰ ਰੱਬ ਦੀ ਭਾਸ਼ਾ ਕਿਹਾ ਗਿਆ। ਸਤਿਗੁਰੂ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਦਾਨਾ, ਜਿਨੇ ਕਲਯੁਗ ਤੋਂ ਬਚਣਾ ਉਹ ਕੀਰਤਨ ਦੇ ਵਿੱਚ ਸੁਰਤ ਜੋੜਿਆ ਕਰੇ। ਇਨ ਪੈ ਨੇਮ ਜੋ ਏਕ ਕਰਾਏ। ਹੁਣ ਸਤਿਗੁਰੂ ਨੇ ਵੇਖੋ ਇਹ 5 ਨੇਮ ਹੋ ਗਏ ਖਾਲਸਾ ਜੀ। ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ, ਇਸ਼ਨਾਨ ਕਰਨ ਤੋਂ ਬਾਅਦ ਫਿਰ ਜਪਜੀ ਸਾਹਿਬ ਜਾਪ ਸਾਹਿਬ ਕਰੇ 2, ਫਿਰ ਗੁਰੂ ਘਰ ਆ ਕੇ ਦਰਸ਼ਨ ਕਰੇ 3, ਫਿਰ ਗੁਰੂ ਘਰ ਆ ਕੇ ਕਥਾ ਕੀਰਤਨ ਸੁਣੇ 4, ਤੇ ਸੰਧਿਆ ਸਮੇਂ ਰਹਿਰਾਸ ਸਾਹਿਬ ਜ਼ਰੂਰ ਕਰੇ 5। ਇਹ 5 ਨੇਮ ਹੋ ਗਏ। ਹੁਣ ਕਈ ਵਾਰੀ ਬੰਦਾ ਕਾਰਾਂ ਵਿਹਾਰਾਂ ਵਿੱਚ ਉਲਝਿਆ, ਰੋਜ਼ ਗੁਰੂ ਘਰ ਨਹੀਂ ਵੀ ਆ ਸਕਦਾ। ਸਤਿਗੁਰੂ ਕਹਿੰਦੇ ਤਾਂ ਵੀ ਇੱਕ ਨੇਮ ਜ਼ਰੂਰ ਕਰੇ ਵੀ ਆਪਣੇ ਘਰ 'ਚ ਬਹਿ ਕੇ ਵੀ, ਘਰ ਘਰ ਅੰਦਰ ਧਰਮਸਾਲ, ਘਰ 'ਚ ਬਹਿ ਕੇ ਵੀ ਨਿਤਨੇਮ ਜ਼ਰੂਰ ਕਰੇ। ਤੇ ਜਿਹੜਾ ਇਹਨਾਂ 5 ਦੇ ਵਿੱਚੋਂ ਇੱਕ ਨੇਮ ਜ਼ਰੂਰ ਕਰੇਗਾ, ਸੋ ਸਿੱਖ ਅਮਰਪੁਰੀ ਮਹਿ ਜਾਏ। ਕਲਗੀਧਰ ਪਾਤਸ਼ਾਹ ਕਹਿੰਦੇ ਉਹ ਸਿੱਖ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਜਾ ਕੇ ਸ਼ੁਭਾਏਮਾਨ ਹੋਵੇਗਾ। 5 ਨੇਮ ਕਰ ਸਿੱਖ ਜੋ ਤਾਰੈ। ਜਿਹੜਾ ਇੱਕ ਨੇਮ ਕਰੇਗਾ ਉਹ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਬੈਠੇਗਾ। ਤੇ ਜਿਹੜੇ 5 ਨੇਮ ਪੂਰੇ ਕਰਕੇ ਜਾਣਗੇ, 21 ਕੁਲ ਕੁਟੰਬ ਕੋ ਤਾਰੈ। ਸਤਿਗੁਰੂ ਕਹਿੰਦੇ ਕੱਲਾ ਖੁਦ ਹੀ ਨਹੀਂ ਤਰੇਗਾ, ਆਪਣੀਆਂ ਆਉਣ ਵਾਲੀਆਂ 21 ਕੁਲਾਂ ਨੂੰ ਵੀ ਤਾਰ ਲਵੇਗਾ ਜਿਹੜਾ ਸਿੱਖ ਰੋਜ਼ਾਨਾ 5 ਨੇਮ ਜ਼ਰੂਰ ਕਰੇਗਾ। ਬੰਦਾ ਦੁਨੀਆ ਵਿੱਚ ਕਿੰਨੀਆਂ ਮਿਹਨਤਾਂ ਦਿਹਾੜੀਆਂ ਕਰਦਾ, ਮਾਇਆ ਇਕੱਠੀ ਕਰਦਾ, ਘਰ ਬਣਾਉਂਦਾ, ਜਾਇਦਾਦਾਂ ਬਣਾਉਂਦਾ ਵੀ ਆਉਣ ਵਾਲੀਆਂ ਪੀੜ੍ਹੀਆਂ ਸੌਖੀਆਂ ਹੋ ਜਾਣਗੀਆਂ, ਬੱਚਿਆਂ ਦਾ ਜੀਵਨ ਸੌਖਾ ਹੋ ਜਾਏਗਾ। ਕਲਗੀਧਰ ਕਹਿੰਦੇ ਸਿੱਖਾ ਤੂੰ 5 ਨੇਮ ਕਰਨ ਲੱਗ ਜਾ, ਤੇਰੀ ਆਉਣ ਵਾਲੀ 1 ਜਾਂ 2 ਨਹੀਂ, ਆਉਣ ਵਾਲੀਆਂ 21 ਕੁਲਾਂ ਹੀ ਤਰ ਜਾਣਗੀਆਂ। ਤਾਰੇ ਕੁਟੰਬ ਮੁਕਤ ਸੋ ਹੋਏ। ਤੇ ਕਹਿੰਦੇ ਕੱਲੀਆਂ ਕੁਲਾਂ ਨਹੀਂ, ਜਿਸ ਇਲਾਕੇ ਵਿੱਚ ਬੈਠੇਗਾ ਗੁਰੂ ਕਾ ਸਿੱਖ ਤੇ ਨੇਮ ਕਰੇਗਾ, ਗੁਰੂ ਦਾ ਜਸ ਕਰੇਗਾ, ਕਹਿੰਦੇ ਆਪਣੇ ਨਾਲ ਨਾਲ ਆਪਣੇ ਸਾਰੇ ਇਲਾਕੇ ਨੂੰ ਵੀ ਤਾਰੇਗਾ। ਜਨਮ ਮਰਨ ਨਹਿ ਪਾਵਹਿ ਸੋਏ। ਤੇ ਨਾ ਹੀ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਆਵੇਗਾ। ਵੇਖੋ ਇਹ ਸੱਚ ਹੈ। ਬਾਬਾ ਆਨੰਦ ਸਿੰਘ ਜੀ ਪਾਕਿਸਤਾਨ ਸੀ, ਉੱਥੇ ਤਾਰਿਆ। ਪਾਕਿਸਤਾਨ ਤੋਂ ਉੱਠ ਕੇ ਨਾਨਕਸਰ ਕਲੇਰਾਂ ਆਏ ਤੇ ਉੱਥੇ ਵੀ ਤਾਰਿਆ। ਬਾਬਾ ਅਤਰ ਸਿੰਘ ਜੀ ਜਿੱਥੇ ਜਿੱਥੇ ਗਏ ਉੱਥੇ ਉੱਥੇ ਸੰਗਤ ਨੂੰ ਤਾਰਿਆ। ਮਸਤੂਆਣੇ
ਤੇ ਮਸਤੂਆਂ ਨੇ ਵੀ ਤਾਰਿਆ। ਭਾਵ ਜਿਹੜਾ ਨਾਮ ਜਪਦਾ ਹੈ, ਉਹ ਕੱਲਾ ਖੁਦ ਨਹੀਂ ਤਰਦਾ, ਉਹ ਆਪਣੇ ਆਲੇ ਦੁਆਲੇ ਦੇ ਇਲਾਕੇ ਨੂੰ ਵੀ ਤਾਰਦਾ ਹੈ, ਕਿਉਂਕਿ ਨਾਮ ਜਪਣ ਵਾਲੇ ਦੀਆਂ ਤਰੰਗਾਂ ਇਲਾਕੇ ਦੇ ਵਿੱਚ ਵੀ ਫੈਲਦੀਆਂ ਨੇ। ਨੰਦ ਲਾਲ ਉਵਾਚ ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹ ਆਏ। ਹੁਣ ਭਾਈ ਸਾਹਿਬ ਭਾਈ ਨੰਦ ਲਾਲ ਜੀ ਪੁੱਛਦੇ, ਕਲਗੀਧਰ ਸੁਆਮੀ ਤੁਸਾਂ ਕਿਹਾ ਵੀ ਸਿੱਖ ਰੋਜ਼ ਮੇਰਾ ਦਰਸ਼ਨ ਕਰਨ ਲਈ ਆਵੇ। ਲਖੀਐ ਤੁਮਰਾ ਦਰਸ਼ ਕਹਾਂ, ਕਹੋ ਮੋਹੇ ਸਮਝਾਏ। ਸੱਚਿਆ ਪਾਤਸ਼ਾਹ ਤੁਹਾਡਾ ਦਰਸ਼ਨ ਕਿੱਥੇ ਜਾ ਕਰਕੇ ਕਰੀਏ, ਸਾਨੂੰ ਆਪਣੇ ਦਰਸ਼ਨਾਂ ਦੀ ਸੋਝੀ ਦਿਓ। ਸ੍ਰੀ ਗੁਰੂ ਵਾਚ ਤੀਨ ਰੂਪ ਹੈ ਮੋਹ ਕੇ, ਸੁਨਹੁ ਨੰਦ ਚਿਤ ਲਾਏ। ਤੇ ਕਲਗੀਧਰ ਜੀ ਕਹਿੰਦੇ ਨੰਦ ਲਾਲ ਜੀ ਮੇਰੇ 3 ਰੂਪ ਨੇ, ਉਹ 3 ਰੂਪਾਂ ਬਾਰੇ ਹੁਣ ਧਿਆਨ ਨਾਲ ਸੁਣਨਾ ਕਰੋ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਕਹਿੰਦੇ ਪਹਿਲਾ ਸਰੂਪ ਹੈ ਨਿਰਗੁਣ, ਜਿਹੜਾ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੀ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਪਹਿਲਾ ਤੇ ਹੈ ਨਿਰਗੁਣ, ਤੇ ਦੂਸਰਾ ਹੈ ਸਰਗੁਣ, ਤੇ ਤੀਸਰਾ ਸਰੂਪ ਹੈ ਗੁਰ ਸ਼ਬਦ ਦਾ। ਚਉਪਈ ਏਕ ਰੂਪ ਤਹ ਗੁਣ ਤੇ ਪਰੇ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਵੀ ਇੱਕ ਰੂਪ ਤੇ ਉਹ ਹੈ ਜਿਹੜਾ ਕਿ ਇਨ੍ਹਾਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ, ਉਹ ਵੇਖਿਆ ਜਾਂਦਾ ਹੈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਿੱਖ ਸਤਿਗੁਰ ਨੂੰ ਮਿਲਦਾ ਹੈ, ਸਤਿਗੁਰ ਦੀ ਕਿਰਪਾ ਨਾਲ ਦਿਵ ਦ੍ਰਿਸ਼ਟੀ ਮਿਲਦੀ ਹੈ, ਉਸ ਦਿਵ ਦ੍ਰਿਸ਼ਟੀ ਦੇ ਨਾਲ ਫਿਰ ਕਲਗੀਆਂ ਵਾਲੇ ਨੂੰ ਵੇਖਿਆ ਜਾਂਦਾ ਹੈ। ਹੁਣ ਵੇਖੋ ਗੁਰੂ ਗ੍ਰੰਥ ਸਾਹਿਬ ਤੇ ਸੱਚੇ ਪਾਤਸ਼ਾਹ ਜੁਗਾ ਜੁਗਾਂ ਤੋਂ ਇੱਕ ਹੀ ਸਤਿਗੁਰੂ ਵਰਤ ਰਿਹਾ, ਪਰ ਵੇਖਣ ਦਾ ਫਰਕ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਆਨੰਦ ਸਿੰਘ ਵੇਖਦੇ ਆ, ਬਾਬਾ ਅਤਰ ਸਿੰਘ ਵੇਖਦੇ ਆ, ਭਾਈ ਰਣਧੀਰ ਸਿੰਘ ਵੇਖਦੇ ਆ, ਬਾਬਾ ਸਾਹਿਬ ਸਿੰਘ ਕਲਾਧਾਰੀ ਵੇਖਦੇ ਆ, ਤਾਂ ਗੁਰੂ ਗ੍ਰੰਥ ਸਾਹਿਬ ਚੋਂ ਕਲਗੀਆਂ ਵਾਲੇ ਨਜ਼ਰ ਆ ਰਹੇ ਆ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਰਹੇ ਹਾਂ, ਸਾਨੂੰ ਰੁਮਾਲੇ ਨਜ਼ਰ ਆ ਰਹੇ। ਹੁਣ ਸਤਿਗੁਰੂ ਉਹੀ ਹੈ, ਸਰੂਪ ਨਿਰਗੁਣ ਹੈ, ਪਰ ਵੇਖਣ ਦਾ ਫਰਕ ਹੈ। ਪਰ ਜਦੋਂ ਪਿਆਰ ਪੈ ਜਾਂਦਾ ਹੈ ਨਾ, ਫਿਰ ਕਲਗੀਆਂ ਵਾਲੇ ਦੀ ਝਲਕਾਂ ਪੈਂਦੀਆਂ। ਇੱਕ ਉਰਦੂ ਦੇ ਵਿਦਵਾਨ ਨੇ ਲਿਖਿਆ, ਜਿਸੇ ਦੇਖਣਾ ਵੀ ਮੁਹਾਲ ਥਾ, ना था जिसका नामो निशां कहीं, हर एक जर्रे में इश्क ने मुझे जलवा उसका दिखा दिया। भी जेड़ा खुदा पहला वेख्या नहीं सी जांदा अखां नाल, जदों ओदे नाल प्रेम हो गया, मुहब्बत हो गई, फिर कहंदे जमी जमान के विखै समस्त एक जोत है, ना घाट है ना बाढ़ है, ना घाट बाढ़ होत है, फिर जर्रे जर्रे विचों रब ही नजर आउंदा है। ਨੇਤ ਨੇਤ ਜਹ ਨਿਗਮ ਉਚਰੇ। ਤੇ ਨਿਰਗੁਣ ਸਰੂਪ ਹੈ ਜਿਹੜਾ ਪ੍ਰਮਾਤਮਾ ਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਘਟ ਘਟ ਵਿਆਪਕ ਅੰਤਰ ਜਾਮੀ। ਨੇਤ ਨੇਤ ਸ਼ਬਦ ਗੁਰੂ ਬਾਣੀ ਚ ਬੜਾ ਆਇਆ। ਇਹ ਸ਼ਬਦ ਵੇਦਾਂ ਵਿੱਚ ਸੀ, ਨਾ ਇਤੀ ਨਾ ਇਤੀ ਨਾ ਇਤੀ, ਉੱਥੋਂ ਬਣਿਆ ਨੇਤ ਸ਼ਬਦ ਗੁਰਮੁਖੀ ਦੇ ਵਿੱਚ। ਕਿਉਂਕਿ ਨਾ ਇਤੀ ਦਾ ਮਤਲਬ ਸੀ ਵੀ ਪਰਮਾਤਮਾ ਤੇਰਾ ਅੰਤ ਇੱਥੇ ਵੀ ਨਹੀਂ ਪਾਇਆ ਗਿਆ। ਨਾ ਇਤੀ, ਇੱਥੇ ਵੀ ਬਸ ਨਹੀਂ, ਇੱਥੇ ਵੀ ਬਸ ਨਹੀਂ, ਇੱਥੇ ਵੀ ਬਸ ਨਹੀਂ, ਪਰਮਾਤਮਾ ਪਰੇ ਤੋਂ ਪਰੇ ਹੈ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਂਦਾ, ਕਿਉਂਕਿ ਘਟ ਘਟ ਵਿਆਪਕ ਅੰਤਰਜਾਮੀ, ਘਟ ਘਟ ਦੇ ਵਿੱਚ ਵਸ ਰਿਹਾ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਯੋ ਪੁਕਾਰ। ਪ੍ਰਮਾਤਮਾ ਘਟ ਘਟ ਚ ਵਸਦਾ ਤੇ ਸਭਨਾ ਦੇ ਦਿਲਾਂ ਦੀ ਜਾਣਦਾ। ਕਿਉਂਕਿ ਜਿਨੇ ਕੁਦਰਤ ਬਣਾਈ ਹੈ ਨਾ, ਉਹਨੇ ਇੱਕ ਬੜੀ ਖੇਡ ਰਚੀ। ਦੋਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਬਨਸਪਤੀ ਰੁੱਖ ਦਰਿਆ ਪਰਬਤ ਬਣਾ ਕੇ ਇਨ੍ਹਾਂ ਦੇ ਵਿੱਚ ਆਸਣ ਲਾ ਕੇ ਪਰਮਾਤਮਾ ਖੁਦ ਸ਼ੁਭਾਏਮਨ ਹੋ ਗਿਆ। ਪੂਰ ਰਹਿਓ ਜਿਉ ਜਲ ਘਟ ਭਾਨੀ। ਤੇ ਕਹਿੰਦੇ ਜਿਵੇਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਸਾਰੀ ਬ੍ਰਹਮੰਡ ਦੇ ਵਿੱਚ ਪੂਰਿਆ, ਜਿਸ ਤਰ੍ਹਾਂ ਜਲ ਪਾਣੀ ਹੈ। ਦੂਸਰ ਰੂਪ ਗ੍ਰੰਥ ਜੀ ਜਾਨੋ। ਹੁਣ ਪਹਿਲਾ ਸੀ ਨਿਰਗੁਣ, ਜਿਹੜਾ ਘਟ ਘਟ ਵਿੱਚ ਵਸਦਾ ਹੈ, ਤੇ ਹੁਣ ਦੂਸਰਾ ਜਿਹੜਾ ਖਾਲਸਾ ਜੀ ਸਰੂਪ ਹੈ ਕਲਗੀਧਰ ਪਾਤਸ਼ਾਹ ਜੀ ਦਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਕਈ ਕਹਿ ਦਿੰਦੇ ਨਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਤੇ ਕੇਵਲ ਇੱਕ ਗ੍ਰੰਥ ਹੈ, ਗਿਆਨ ਲੈਣ ਦਾ ਜਰੀਆ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਕਲਗੀਧਰ ਸਦਾ ਹੀ ਹਾਜ਼ਰ ਨਾਜ਼ਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇਹ ਨੇ।
ਤੇ ਜਿਹੜਾ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਨਮਸਕਾਰ ਕਰਦਾ ਹੈ, ਉਹਨੂੰ ਪ੍ਰਤੱਖ ਦਰਸ਼ਨ ਵੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੇ ਨੇ। ਆਪਨ ਅੰਗ ਮੇਰੇ ਕਰ ਮਾਨੋ। ਤੇ ਕਈ ਕਹਿੰਦੇ ਜੀ ਪੰਨੇ ਕਿਆ ਕਰੋ, ਅੰਗ ਨਾ ਕਿਆ ਕਰੋ। ਪਰ ਗੁਰੂ ਗੋਬਿੰਦ ਸਿੰਘ ਨੂੰ ਪੁੱਛੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਜਿੱਥੇ ਬਾਣੀ ਲਿਖੀ ਹੈ ਉਹਨਾਂ ਨੂੰ ਕੀ ਵਰਤੀਏ। ਸਤਿਗੁਰੂ ਕਹਿੰਦੇ ਪੰਨੇ ਨਾ ਸਮਝਿਓ ਸਿੱਖੋ, ਇਹ ਮੇਰੇ ਅੰਗ ਕਰਕੇ ਜਾਣਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਨੇ, ਕਿਉਂਕਿ ਸਤਿਗੁਰੂ ਕਲਗੀਧਰ ਦਾ ਪ੍ਰਗਟ ਗੁਰਾਂ ਕੀ ਦੇਹ ਨੇ। ਸਤਿਗੁਰੂ ਕਹਿੰਦੇ ਅੰਗ ਕਰਕੇ ਜਾਣੋ। ਰੋਮ ਰੋਮ ਅਛਰ ਸੋ ਲਹੋ। ਤੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਗੁਰਬਾਣੀ ਦੇ ਅੱਖਰ ਨੇ, ਉਹ ਅੱਖਰ ਮੇਰੇ ਰੋਮ ਕਰਕੇ ਜਾਣਿਓ, ਇਹ ਮੇਰੇ ਰੋਮ ਨੇ। ਬਾਤ ਜਥਾਰਥ ਤੁਮ ਸੋ ਕਹੋ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਨੰਦ ਲਾਲ ਜੀ, ਇਹ ਜੋ ਬਚਨ ਕਹਿ ਰਿਹਾ ਇਹਨੂੰ ਸੱਚ ਕਰਕੇ ਜਾਣਿਓ, ਇਹਦੇ ਵਿੱਚ ਸ਼ੰਕਾ ਨਾ ਰੱਖਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿੱਥੇ ਬਾਣੀ ਲਿਖੀ ਹੈ, ਮੈਂ ਪੰਨਾ ਸ਼ਬਦ ਆਪਣੀ ਜ਼ਬਾਨ ਤੋਂ ਨਹੀਂ ਵਰਤ ਰਿਹਾ, ਉਹਨਾਂ ਨੂੰ ਅੰਗ ਕਰਕੇ ਜਾਣਿਓ। ਤੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਦੇ ਅੱਖਰ ਨੇ, ਉਹਨਾਂ ਨੂੰ ਸਤਿਗੁਰੂ ਦੇ ਰੋਮ ਕਰਕੇ ਜਾਣਿਓ। ਜੋ ਸਿੱਖ ਗੁਰ ਦਰਸ਼ਨ ਕੀ ਚਾਹੇ। ਤੇ ਜਿਹੜਾ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਚਾਹੁੰਦਾ ਹੈ, ਦਰਸ਼ਨ ਕਰੇ ਗ੍ਰੰਥ ਜੀ ਆਹੇ। ਆ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ, ਕਲਗੀਆਂ ਵਾਲੇ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਜਾਵੇਗਾ। ਪ੍ਰਭਾਤ ਸਮੇਂ ਕਰਕੇ ਇਸ਼ਨਾਨ। ਪਰ ਦਰਸ਼ਨ ਕਰਨ ਦੀ ਜੁਗਤੀ ਦੱਸੀ ਵੀ ਪ੍ਰਭਾਤ ਵੇਲੇ ਇਸ਼ਨਾਨ ਕਰਕੇ ਆਵੇ। ਤੀਨ ਪ੍ਰਦਛਣਾ ਕਰੈ ਸੁਜਾਨ। ਤੇ ਤੀਨ ਪ੍ਰਦਛਣਾ ਤੋਂ ਭਾਵ ਪਰਕਰਮਾ। ਕਹਿੰਦੇ ਜਦੋਂ ਸਭ ਤੋਂ ਪਹਿਲਾਂ ਦਰਸ਼ਨ ਕਰਨੇ ਆ ਕੇ 3 ਪਰਕਰਮਾ ਕਰੇ। ਤੇ ਪ੍ਰਾਤਨ ਲਿਖਤਾਂ ਦੇ ਵਿੱਚ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਦੀ ਪ੍ਰਾਤਨ ਲਿਖਤਾਂ 'ਚ 5 ਪ੍ਰਦਛਣਾ ਵੀ ਆਇਆ। ਇਸ ਕਰਕੇ ਕਈ ਵੀ ਅੱਜ ਪੁਰਾਣੇ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਹੈ, ਉਹ ਗੁਰਸਿੱਖ ਅੱਜ ਵੀ ਜਦੋਂ ਅੰਮ੍ਰਿਤ ਵੇਲੇ ਆਉਂਦੇ 5-5 ਪਰਕਰਮਾ ਕਰਦੇ। ਤੇ ਪਰਕਰਮਾ ਦਾ ਮਤਲਬ ਇਹ ਨਹੀਂ ਵੀ ਆ ਕੇ ਗੇੜੀ ਕੱਢੀ ਜਾਣੇ ਆ। ਪਰਕਰਮਾ ਦਾ ਮਤਲਬ ਇਹ ਹੈ, ਜਦੋਂ ਸਿੱਖ ਨੇ ਨਮਸਕਾਰ ਕਰਨੀ ਹੈ, ਮੱਥਾ ਟੇਕ ਕੇ ਬਾਅਦ ਵਿੱਚ ਖੜੇ ਹੋਣਾ ਨਾ, ਤੇ ਜਿਹੜੇ ਨੇਤਰ ਨੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੱਲ ਟਿਕੇ ਹੋਣ। ਕਿਉਂਕਿ ਪਰਕਰਮਾ ਦਾ ਮਤਲਬ ਹੈ ਸਮਰਪਿਤ ਹੋਣਾ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇਤਰ, ਸਤਿਗੁਰੂ ਦੇ ਉੱਤੇ ਨੇਤਰ ਟਿਕੇ ਹੋਣ। ਤੇ ਰੋਮ ਰੋਮ ਸਾਡੀ ਰਸਨਾ ਤੋਂ ਬਾਰ-ਬਾਰ ਇਹ ਚੱਲਦਾ ਰਵੇ, ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾਨੀ ਤੇਰੀ। ਬਾਣੀ ਪੜ੍ਹਦੇ ਪੜ੍ਹਦੇ ਸਤਿਗੁਰੂ ਦੀ ਪਰਕਰਮਾ ਕਰੇ। ਘੱਟੋ ਘੱਟ 3 ਪਰਕਰਮਾ ਅੰਮ੍ਰਿਤ ਵੇਲੇ ਆ ਕੇ ਕਲਗੀਧਰ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਕਰੋ, ਸਤਿਗੁਰੂ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਸ਼ਬਦ ਸੁਨੈ ਗੁਰ ਹਿਤ ਚਿਤ ਲਾਏ। ਤੇ ਪਰਕਰਮਾ ਕਰਨ ਤੋਂ ਬਾਅਦ ਸੰਗਤ ਦੇ ਵਿੱਚ ਬੈਠ ਕਰਕੇ ਸ਼ਬਦ ਸੁਣੇ। ਸ਼ਬਦ ਸੁਣ ਕਰਕੇ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਜੋੜੇ। ਕਿਉਂਕਿ ਖਾਲਸਾ ਜੀ ਗੁਰੂ ਨਾਨਕ ਸਾਹਿਬ ਨੇ ਜੋ ਇਹ ਨਿਆਰਾ ਪੰਥ ਚਲਾਇਆ ਨਾ, ਗੁਰੂ ਘਰ ਦੀ ਜਿੰਨੀ ਵੀ ਮਰਿਆਦਾ ਸਾਰੀ ਅੰਦਰ ਦੀ ਖੇਡ ਹੈ। ਤੇ ਅੰਦਰ ਦੀ ਖੇਡ ਪ੍ਰੇਮਾ ਭਗਤੀ ਨਾਲ ਹੁੰਦੀ ਹੈ, ਸਿਧਾਂਤਾਂ ਨਾਲ ਨਹੀਂ ਹੁੰਦੀ। ਸਿਧਾਂਤ ਹੁੰਦਾ ਹੈ ਸਿੱਧ ਕਰਕੇ ਕਿਸੇ ਦਾ ਅੰਤ ਲੱਭ ਲੈਣਾ, ਪਰ ਇੱਥੇ ਸਿਧਾਂਤ ਨਹੀਂ, ਇੱਥੇ ਪ੍ਰੇਮਾ ਭਗਤੀ ਦੀ ਖੇਡ ਹੈ। ਕੋਈ ਪ੍ਰੇਮ ਦੇ ਨਾਲ ਆ ਕਰਕੇ ਸਤਿਗੁਰੂ ਨੂੰ ਆਵਾਜ਼ ਲਾਵੇ ਤੇ ਸਤਿਗੁਰੂ ਆਵਾਜ਼ ਸੁਣਦੇ ਨੇ। ਪਿਆਰ ਦੇ ਨਾਲ ਪਰਕਰਮਾ ਕਰੇ, ਪਿਆਰ ਨਾਲ ਚੌਂਕੜਾ ਲਾ ਕੇ ਬੈਠ ਕੇ ਸ਼ਬਦ ਸੁਣੇ। ਤੇ ਇੱਕ ਹੋਰ ਬੇਨਤੀ ਕਰਾਂ, ਜਦੋਂ ਹੁਕਮਨਾਮਾ ਹੁੰਦਾ ਆਪਾਂ ਬਾਹਰ ਨੂੰ ਭੱਜਦੇ ਹਾਂ। ਜਦੋਂ ਕਥਾਵਾਚਕ ਕੀਰਤਨੀਏ ਬੋਲਦੇ ਨੇ, ਹਰ ਇੱਕ ਦੀ ਆਪੋ ਆਪਣੀ ਪਸੰਦ ਹੈ। ਕੋਈ ਕਿਸੇ ਨੂੰ ਸੁਣਦਾ ਹੈ, ਕੋਈ ਕਿਸੇ ਨੂੰ ਸੁਣਦਾ ਹੈ। ਪਰ ਮਾਫ ਕਰਿਓ, ਆਪੋ ਆਪਣੀ ਪਸੰਦ ਨੂੰ ਸੁਣ ਕੇ ਆਪਾਂ ਬਾਹਰ ਚਲੇ ਜਾਂਦੇ ਆ ਜਦੋਂ ਅਰਦਾਸ ਹੋਵੇ ਜਾਂ ਹੁਕਮਨਾਮਾ ਹੁੰਦਾ। ਪਰ ਬੇਨਤੀ ਕਰਾਂ, ਜ਼ਰੂਰ ਯਤਨ ਕਰਿਆ ਕਰੋ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਹੋ ਰਿਹਾ ਹੋਵੇ ਨਾ, ਉਦੋਂ ਸੁਰਤ ਇਕਾਗਰ ਕਰਕੇ ਦੋਵੇਂ ਹੱਥ ਜੋੜ ਕੇ ਹੁਕਮਨਾਮਾ ਜ਼ਰੂਰ ਸੁਣਿਆ ਕਰੋ। ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆਉਂਦਾ, ਕੇਵਲ ਪਾਠੀ ਨਹੀਂ ਬੋਲਦਾ, ਉਸ ਪਾਠੀ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਖੁਦ ਬੋਲ ਰਹੇ ਹੁੰਦੇ ਨੇ। ਸਤਿਗੁਰੂ ਦਾ ਹੁਕਮ ਜ਼ਰੂਰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ। ਗਿਆਨ ਸ਼ਬਦ ਗੁਰ ਸੁਨੈ ਸੁਨਾਏ। ਇਸ ਤਰ੍ਹਾਂ ਸਤਿਗੁਰੂ ਨੇ ਦੁਬਾਰਾ ਬਚਨ ਹੀ ਕਰ ਦਿੱਤਾ ਵੀ ਗਿਆਨ ਸ਼ਬਦ ਗੁਰ ਸੁਨੈ ਸੁਨਾਏ। ਪਿਆਰ ਦੇ ਨਾਲ ਸ਼ਬਦ ਗੁਰੂ ਦੇ ਗਿਆਨ ਨੂੰ ਸੁਣੇ ਤੇ ਦੂਜੀ ਸੰਗਤ ਨੂੰ ਜਾ ਕੇ ਸੁਣਾਵੇ। ਜੋ ਮਮ ਸਾਥ ਚਾਹੇ ਕਰ ਬਾਤ। ਕਲਗੀਧਰ ਪਾਤਸ਼ਾਹ ਨਾਲ ਗੱਲ ਕਰਨੀ ਮਿਲ ਜਾਵੇ, ਕਿਹੜਾ ਨਹੀਂ ਲੋਚਦਾ। ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਭਾਈ ਨੰਦ ਲਾਲ ਜੀ ਨੇ, ਮਹਾਰਾਜ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ
ਆ ਕਹਿੰਦੇ ਨਾ ਜੀ ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ, ਗੱਲਾਂ ਨਹੀਂ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ, ਗ੍ਰੰਥ ਜੀ ਪੜ੍ਹੈ ਵਿਚਾਰ ਹੈ ਸਾਥ, ਆ ਜਾਵੇ ਪਿਆਰ ਦੇ ਨਾਲ ਚੌਂਕੜਾ ਲਾ ਕੇ ਤਾਬਿਆ ਬੈਠ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਸ਼ੁਰੂ ਕਰ ਦੇਵੇ। ਖਾਲਸਾ ਜੀ ਆਪਣੇ ਜੀਵਨ ਵਿੱਚ ਨਾ ਘੱਟੋ ਘੱਟ ਇੱਕ ਸਹਿਜ ਪਾਠ ਸਿੱਖ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਵੈਸੇ ਤੇ ਕਈ ਗੁਰਸਿੱਖਾਂ ਦਾ ਨੇਮ ਹੀ ਹੁੰਦਾ ਹੈ ਵੀ ਸੰਗਰਾਂਦ ਤੇ ਸਹਿਜ ਪਾਠ ਆਰੰਭ ਕਰਨਾ ਤੇ ਅਗਲੀ ਸੰਗਰਾਂਦ ਤੇ ਭੋਗ ਪਾ ਦੇਣਾ। ਇੱਕ ਮਹੀਨੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰਿਆ ਕਰੋ, ਕਿਉਂਕਿ ਜਦੋਂ ਸਹਿਜ ਪਾਠ ਕਰਦੇ ਆ ਸਤਿਗੁਰੂ ਦੇ ਨਾਲ ਗੱਲਾਂ ਹੁੰਦੀਆਂ ਨੇ। ਤੇ ਜਦੋਂ ਸਹਿਜ ਪਾਠ ਕਰੋਗੇ ਨਾ, ਗੁਰਬਾਣੀ ਵਿੱਚੋਂ ਕਿੰਨੇ ਪ੍ਰੇਮ ਰਸ ਵਾਲੇ ਸ਼ਬਦ ਸਾਨੂੰ ਮਿਲ ਜਾਣਗੇ। ਤੇ ਜਦੋਂ ਸ਼ਬਦ ਮਿਲਣਗੇ ਭਟਕਣਾ ਨਹੀਂ ਪਵੇਗਾ, ਆਪਣੇ ਆਪ ਹੀ ਝੋਲੀ ਵਿੱਚ ਸਾਰਾ ਕੁਝ ਹੀ ਪੈ ਜਾਵੇਗਾ। ਜੋ ਮੁਝ ਬਚਨ ਸੁਨਨ ਕੀ ਚਾਹੇ, ਹੁਣ ਸਤਿਗੁਰੂ ਕਹਿੰਦੇ ਜਿਹੜਾ ਮੇਰੇ ਬਚਨ ਸੁਣਨਾ ਚਾਹੁੰਦਾ ਹੈ, ਗ੍ਰੰਥ ਵਿਚਾਰ ਸੁਨਹੁ ਚਿਤ ਲਾਏ। ਤੇ ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲ ਰਿਹਾ ਹੋਵੇ, ਸਤਿਗੁਰੂ ਦੇ ਪਾਠ ਨੂੰ ਸੁਣੇ। ਸਤਿਗੁਰੂ ਦੇ ਪਾਠ ਨੂੰ ਸੁਣਨਾ ਤੋਂ ਭਾਵ ਕਲਗੀਧਰ ਦੀਆਂ ਬਾਤਾਂ ਸੁਣ ਰਿਹਾ। ਜਦੋਂ ਪਾਠੀ ਸਿੰਘ ਪਾਠ ਕਰਦਾ ਹੈ ਨਾ, ਤੇ ਖਾਲਸਾ ਜੀ ਉਹ ਪਾਠੀ ਸਿੰਘ ਦੀ ਆਵਾਜ਼ ਨਹੀਂ ਹੁੰਦੀ, ਪਾਠੀ ਸਿੰਘ ਦੇ ਵਿੱਚੋਂ ਸਤਿਗੁਰੂ ਖੁਦ ਆਪਣੇ ਸਿੱਖਾਂ ਨੂੰ ਬਚਨ ਕਰਦੇ ਨੇ। ਸਤਿਗੁਰੂ ਕਹਿੰਦੇ ਜਿਹੜਾ ਗੱਲ ਕਰਨੀ ਚਾਹੁੰਦਾ ਖੁਦ ਆ ਕੇ ਪੜ੍ਹੇ, ਜਿਹੜਾ ਮੇਰੇ ਬਚਨ ਸੁਣਨਾ ਚਾਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੇ। ਮੇਰਾ ਰੂਪ ਗ੍ਰੰਥ ਜੀ ਜਾਨੋ, ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਸ਼ਬਦ ਨੂੰ ਮੇਰਾ ਰੂਪ ਜਾਨੋ। ਇਸ ਮੈਂ ਭੇਦ ਨਰੰਚਕ ਮਾਨ, ਤੇ ਇਸ ਗੱਲ ਵਿੱਚ ਬਿਲਕੁਲ ਵੀ ਸ਼ੰਕਾ ਨਾ ਕਰਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕੋਈ ਮਾਮੂਲੀ ਸ਼ਖਸੀਅਤ ਨਹੀਂ, ਉਹ ਸਤਿਗੁਰੂ ਹੈ ਸਕਲ ਪ੍ਰਜਾ ਜਿਨ ਆਪ ਸਵਾਰੀ, ਜਿਨੇ ਕੁੱਲ ਕਾਇਨਾਤ ਨੂੰ ਸਾਜਿਆ ਹੈ। ਤੀਸਰ ਰੂਪ ਸਿੱਖ ਹੈ ਮੋਰ, ਪਹਿਲਾ ਰੂਪ ਸੀ ਨਿਰਗੁਣ, ਦੂਸਰਾ ਸੀਗਾ ਗੁਰ ਸ਼ਬਦ ਦਾ, ਤੇ ਤੀਸਰਾ ਰੂਪ ਸਤਿਗੁਰੂ ਦੱਸਣ ਲੱਗੇ ਨੇ। ਤੀਸਰ ਰੂਪ ਗੁਰਸਿੱਖ ਹੈ ਮੋਰ, ਸਤਿਗੁਰੂ ਕਹਿੰਦੇ ਤੀਸਰਾ ਰੂਪ ਹੈ ਮੇਰਾ ਸਿੱਖ, ਮੇਰਾ ਖਾਲਸਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਜਾਪ ਸਾਹਿਬ ਚ ਆਪਾਂ ਪੜ੍ਹਦੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਵੈਸੇ ਮੂਰਤ ਇੱਕ ਪਰਮਾਤਮਾ ਦੀ ਹੈ, ਤੇ ਜਿੰਨੇ ਵੀ ਰੂਪ ਨਜ਼ਰ ਆਉਂਦੇ ਸਾਰੇ ਉਸ ਅਰੂਪ ਪਰਮਾਤਮਾ ਦੇ ਨੇ, ਜਿਹਦਾ ਰੂਪ ਕੋਈ ਨਹੀਂ। ਪਰ ਕਲਗੀਧਰ ਜੀ ਕਹਿੰਦੇ ਜਿਹੜਾ ਖਾਲਸਾ ਹੈ ਨਾ, ਵੈਸੇ ਤੇ ਸਾਰੇ ਹੀ ਰੂਪ ਪਰਮਾਤਮਾ ਦੇ, ਪਰ ਕਹਿੰਦੇ ਜਿਹੜਾ ਖਾਲਸਾ ਹੈ ਇਹ ਪਰਮਾਤਮਾ ਦਾ ਖਾਸ ਰੂਪ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ। ਸਤਿਗੁਰੂ ਨੇ ਪਰਮਾਤਮਾ ਦਾ ਰੂਪ ਬਖਸ਼ਿਆ। ਕਹਿੰਦੇ ਜਿਨੇ ਦਰਸ਼ਨ ਕਰਨੇ, ਕਿਉਂਕਿ ਭਾਈ ਨੰਦ ਲਾਲ ਜੀ ਨੇ ਪੁੱਛਿਆ ਪਾਤਸ਼ਾਹ ਆ ਜਿਸ ਆਕਾਰ ਦੇ ਵਿੱਚ ਤੁਸੀਂ ਦੁਨੀਆ ਨੂੰ ਤਾਰ ਰਹੇ ਹੋ, ਜੇ ਇਸ ਸੁੰਦਰ ਚਿਹਰੇ ਪ੍ਰਤਾਪੀ ਚਿਹਰੇ ਦੇ ਦਰਸ਼ਨ ਕਰਨੇ ਹੋਣ ਫਿਰ ਕਿਹਦੇ ਦਰਸ਼ਨ ਕਰੀਏ? ਸਤਿਗੁਰੂ ਕਹਿੰਦੇ ਮੇਰੇ ਖਾਲਸੇ ਦੇ ਦਰਸ਼ਨ ਕਰ ਲਿਓ। ਗੁਰਬਾਣੀ ਰਤ ਜਿਹ ਨਿਸਪੋਰ, ਪਰ ਖਾਲਸਾ ਕੌਣ ਹੋਵੇ? ਗੁਰਬਾਣੀ ਰਤ ਜਿਹ ਨਿਸਪੋਰ, ਜਿਹੜਾ ਦਿਨੇ ਰਾਤ ਗੁਰਬਾਣੀ ਦੇ ਰਸ ਦੇ ਵਿੱਚ ਭਿੱਜਿਆ ਹੋਵੇ। ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੈ, ਤੇ ਜਿਹਦੇ ਅੰਦਰ ਵਿਸਾਹ ਭਰੋਸਾ ਤੇ ਪ੍ਰੀਤ ਗੁਰ ਸ਼ਬਦ ਦੀ ਹੋਵੇ। ਗੁਰੂ ਨਾਨਕ ਦਾ ਸਿੱਖ ਕੌਣ ਹੋਵੇ? ਗੁਰੂ ਨਾਨਕ ਦਾ ਸਿੱਖ ਉਹ ਹੋਵੇ ਜਿਹੜਾ ਕੱਲਾ ਹੋਵੇ। ਜਦੋਂ ਗੁਰੂ ਨਾਨਕ ਦਾ ਸਿੱਖ ਕੱਲਾ ਹੋਵੇ, ਗੁਰੂ ਨਾਨਕ ਨਾਲ ਗੱਲਾਂ ਕਰੇ, ਤੇ ਜਦੋਂ ਗੁਰੂ ਨਾਨਕ ਦਾ ਸਿੱਖ ਕਿਸੇ ਸਿੱਖ ਦੇ ਨਾਲ ਹੋਵੇ, ਗੁਰੂ ਨਾਨਕ ਦੀਆਂ ਗੱਲਾਂ ਕਰੇ। ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਦੁਨੀਆ ਦੀ ਗੱਲਾਂ ਨਹੀਂ, ਗੁਰੂ ਨਾਨਕ ਦੀਆਂ ਗੱਲਾਂ। ਤੇ ਜਦੋਂ ਕੱਲਾ ਹੋਵੇ ਉਦੋਂ ਫਿਰ ਗੁਰੂ ਨਾਨਕ ਨਾਲ ਗੱਲਾਂ ਕਰੇ, ਗੁਰਬਾਣੀ ਦਾ ਪਾਠ ਕਰੇ। ਗੁਰ ਕਾ ਦਰਸ਼ਨ ਨਿਤ ਉਠ ਕਰੇ, ਤੇ ਰੋਜ਼ਾਨਾ ਗੁਰੂ ਦਾ ਦਰਸ਼ਨ ਕਰਦਾ ਹੋਵੇ। ਇਹ ਖਾਲਸੇ ਦੀ ਵਿਆਖਿਆ ਦੱਸ ਰਹੇ ਨੇ, ਜਿਹੜਾ ਗੁਰੂ ਕਾ ਖਾਸ ਰੂਪ ਹੈ। ਗੁਰੂ ਕੇ ਖਾਸ ਰੂਪ ਦੀ ਨਿਸ਼ਾਨੀ ਹੈ ਨਿਤਨੇਮੀ ਹੋਵੇ, ਨਾਮ ਅਭਿਆਸੀ ਹੋਵੇ, ਤੇ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਦਾ ਹੋਵੇ। ਗਿਆਨ ਸ਼ਬਦ ਗੁਰ ਸੁਣੇ ਸੁਣਾਏ, ਤੇ ਗੁਰ ਸ਼ਬਦ ਦੇ ਗਿਆਨ ਨੂੰ ਸੁਣਦਾ ਵੀ ਹੋਵੇ ਤੇ ਸੰਗਤ ਨੂੰ ਸੁਣਾਉਂਦਾ ਵੀ ਹੋਵੇ। ਜਪਜੀ ਜਾਪ ਪੜੇ ਚਿਤ ਲਾਏ, ਤੇ ਚਿੱਤ ਲਾ ਕਰਕੇ ਜਪਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰੇ। ਬੱਧਾ ਚੱਟੀ ਨਾਲ ਨਹੀਂ, ਕਰਹਿ ਭਗਤ ਆਤਮ ਕੈ ਚਾਏ। ਆਤਮਾ ਦੇ ਚਾਅ ਨਾਲ ਜਪਜੀ ਸਾਹਿਬ ਜਾਪ ਸਾਹਿਬ ਇਹਨਾਂ ਦਾ ਪਾਠ ਕਰੇ। ਗੁਰਦੁਆਰਨ ਕਾ ਦਰਸ਼ਨ ਕਰਹਿ, ਤੇ ਫਿਰ ਗੁਰਦੁਆਰੇ ਜਾਵੇ, ਗੁਰੂ ਦੇ ਦੁਆਰੇ ਜਾ ਕੇ ਸਿੱਖ ਸੰਗਤਾਂ ਦੇ ਸਤਿਗੁਰਾਂ ਦੇ ਦੀਦਾਰੇ ਕਰੇ। ਪਰਦਾਰਾ ਕਾ ਤਿਆਗ ਜੋ ਕਰਹਿ, ਸਭ ਤੋਂ ਜ਼ਰੂਰੀ ਬਾਤ ਪਰਦਾਰਾ ਕਾ ਤਿਆਗ ਜੋ ਕਰੇ।
ਆਪਣਿਆਂ ਨੇਤਰਾਂ ਨੂੰ ਆਪਣੀਆਂ ਇੰਦਰੀਆਂ ਨੂੰ ਟਿਕਾ ਕੇ ਰੱਖੇ। ਪਰਤਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੈ। ਕਾਹੂ ਕੀ ਨਿੰਦਾ ਸਭ ਤੇ ਜਾਣੈ, ਆਪਸ ਕੋ ਮੰਦਾ। ਸਤਿਗੁਰੂ ਨੇ ਇਹ ਖਾਲਸਾ ਜੀ, ਵੈਸੇ ਆਪਾਂ ਸਾਰੇ ਗਲਤੀਆਂ ਦੇ ਪੁਤਲੇ ਆ, ਰੋਜ਼ ਗਲਤੀਆਂ ਕਰਦੇ, ਪਰ 4 ਬੱਜਰ ਕੁਰੈਤਾਂ ਨੇ ਪਾਤਸ਼ਾਹ ਉਹ ਨਹੀਂ ਬਖਸ਼ਦੇ। 4 ਬੱਜਰ ਕੁਰੈਤਾਂ, ਪਰਤਨ ਗਾਮੀ ਨਾ ਹੋਵੇ, ਕਿਸੇ ਇਸਤਰੀ ਨੂੰ ਜਾਂ ਕਿਸੇ ਪੁਰਸ਼ ਨੂੰ ਇਸਤਰੀ ਗਲਤ ਨਿਗਾਹ ਨਾਲ ਨਾ ਵੇਖੇ, ਸ਼ਰਾਬ ਦਾ ਸੇਵਨ ਨਾ ਕਰੇ, ਨਸ਼ਾ ਨਾ ਕਰੇ, ਤੇ ਖਾਲਸਾ ਜੀ ਜਗਤ ਜੂਠ ਤੰਬਾਕੂ ਨਾ, ਇਹਦੀ ਵਰਤੋਂ ਨਾ ਕਰੇ, ਕੇਸਾਂ ਦੀ ਬੇਅਦਬੀ, ਕੇਸਾਂ ਨੂੰ ਕਤਲ ਨਾ ਕਰਾਵੇ, ਤੇ ਕੁੱਠਾ ਮਾਸ ਨਾ ਖਾਵੇ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸ਼ਬਦ ਵਰਤਿਆ ਨਾ, ਗੁਰੂ ਕਾ ਸਿੱਖ ਜਤੀ ਸਤੀ ਹੋਵੇ, ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਪਹਿਰਾ ਦੇਣ ਦੀ ਲੋੜ ਹੈ। ਅਕਸ਼ਹਿਰਾ ਪਾਇਆ ਨਾ, ਤੇ ਖਾਲਸਾ ਜੀ ਕਲਗੀਧਰ ਦੇ ਪਾਕ ਬੋਲ ਨੇ, ਸੁਧ ਜਬਤੇ ਹਮ ਪਰੀ ਗੁਰਦੇਵ ਬਚਨ ਦਿਓ ਤਬ ਹਮਾਰੇ। ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾਈਓ। ਕਿਸੇ ਪਰਾਏ ਬਾਰੇ ਸੁਪਨੇ ਵਿੱਚ ਵੀ ਨਾ ਸੋਚੀ ਸਿੱਖਾ, ਸਾਰੀਆਂ ਗਲਤੀਆਂ ਮਾਫ ਹੋ ਜਾਣਗੀਆਂ। ਕਲਗੀਆਂ ਵਾਲੇ ਨੇ ਆ ਨਹੀਂ ਬਖਸ਼ਣੀ। ਤੇ ਮੈਂ ਇੱਕ ਬੇਨਤੀ ਸਾਰਿਆਂ ਨੂੰ, ਚਰਨਾਂ ਦੇ ਵਿੱਚ ਆਪਾਂ ਸਾਰੇ ਅਰਦਾਸ ਵੀ ਕਰੀਏ ਕਲਗੀਆਂ ਵਾਲੇ ਤੇ, ਵੀ ਜੇ ਸੀਸ ਦੇ ਉੱਤੇ ਦਮਾਲੇ ਸਜਾਏ ਨੇ, ਤਨ ਤੇ ਬਾਣੇ ਪਾਏ, ਤੇ ਨੌਜਵਾਨਾਂ ਨੂੰ ਵੀ ਬੇਨਤੀ ਹੈ ਕਿ ਖਾਲਸਾ ਜੀ ਇਸ ਗਲਤੀ ਤੋਂ, ਇਸ ਭੁੱਲ ਤੋਂ ਬਚਣ ਵਾਸਤੇ ਰੋਜ਼ ਅਰਦਾਸ ਕਰਿਆ ਕਰੋ। ਪਾਤਸ਼ਾਹ ਕਿਰਪਾ ਕਰੀ, ਜਤ ਸਤ ਹਰੀ ਸਿੰਘ ਨਲੂਏ ਵਾਲਾ ਦਵੀ, ਜਤ ਸਤ ਅਕਾਲੀ ਫੂਲਾ ਸਿੰਘ ਵਾਲਾ ਦਵੀ, ਜਤ ਸਤ ਬਾਬਾ ਜੱਸਾ ਸਿੰਘ ਆਲੂ ਵਾਲੀਏ ਵਰਗਾ ਦਵੀ, ਜਿਹੜਾ 22,000 ਬੱਚੀਆਂ ਘਰ ਘਰ ਛੱਡ ਕੇ ਆਵੇ, ਪਰ ਇੱਕ ਤੇ ਵੀ ਮਨ ਨਾ ਡੋਲੇ। ਤੇ ਜਿਹਦਾ ਮਨ ਨਹੀਂ ਡੋਲਦਾ, ਜਿਹੜਾ ਜਤੀ ਸਤੀ ਹੈ, ਖਾਲਸਾ ਜੀ ਜਿਹੜਾ ਇਹਨਾਂ ਚੀਜ਼ਾਂ ਤੇ ਕਾਬੂ ਰੱਖਦਾ ਹੈ ਨਾ, ਦੁਨੀਆ ਦੇ ਵਿੱਚ ਉਹ ਸਿੱਖ ਦਾ ਸਿਰ ਕਦੇ ਨੀਵਾਂ ਨਹੀਂ ਹੋ ਸਕਦਾ। ਹਰੀ ਸਿੰਘ ਨਲੂਏ ਦਾ ਸਿਰ ਨੀਵਾਂ ਤਾਂ ਹੀ ਨਹੀਂ ਹੋਇਆ ਕਿਉਂਕਿ ਉਹਦੇ ਕੋਲ ਕਸ਼ਹਿਰੇ ਦਾ ਜਤ ਸਤ ਪੂਰਾ ਕਹਿਣ ਸੀ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਤੋਂ ਇਹਨਾਂ ਦੇਸ਼ਾਂ ਦੇ ਵਿੱਚ ਤੇ ਖਾਸ ਕਰ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਗਿਆਨ ਮਾਪਿਓ ਨੇ ਹੀ ਦੇਣਾ ਹੈ। ਸੋ ਸਤਿਗੁਰੂ ਕਹਿੰਦੇ ਪਰਤਨ ਗਾਮੀ ਨਾ ਹੋਵੇ, ਕਿਸੇ ਵੱਲ ਮਾੜੀ ਨਿਗਾਹ ਨਾਲ ਨਾ ਵੇਖਦਾ ਹੋਵੇ। ਇੱਕ ਸਿੱਖ ਦਾ ਔਰਾ ਐਸਾ ਹੋਵੇ, ਜਿੱਡਾ ਮਰਜੀ ਕੋਈ ਵਕਾਰੀ ਪੁਰਸ਼ ਸਿੱਖ ਕੋਲ ਆ ਜਾਵੇ, ਪਰ ਸਿੱਖ ਦੇ ਕੋਲ ਬਾਣੀ ਦਾ ਵਾਤਾਵਰਨ ਹੋਵੇ ਵੀ ਵਕਾਰੀ ਦੇ ਮਨ ਦੀ ਭਾਵਨਾ ਵੀ ਬਦਲ ਜਾਵੇ। ਰੱਬ ਦੇ ਪਿਆਰੇ ਦੀ ਨਾ ਵਾਈਬ੍ਰੇਸ਼ਨਸ ਐਸੀਆਂ ਹੁੰਦੀਆਂ, ਰੱਬ ਦਾ ਪਿਆਰਾ ਗਨਕਾ ਵੇਸ਼ਵਾ ਦਾ ਬੂਹਾ ਵੀ ਖੜਕਾ ਦੇਵੇ, ਤੇ ਬੂਹਾ ਖੜਕਾ ਕੇ ਕਵੇ ਬੇਟਾ ਮੈਂ ਰਹਿਣਾ ਚਾਹੁੰਨਾ। ਜਿਸ ਗਣਕਾ ਨੂੰ ਸਾਰੇ ਮਾੜੀ ਨਿਗਾਹ ਨਾਲ ਵੇਖਦੇ ਸੀ, ਜਦੋਂ ਰੱਬ ਦੇ ਪਿਆਰੇ ਨੇ ਬੂਹਾ ਖੜਕਾਇਆ, ਉਹਦੀ ਵਾਸ਼ਨਾ ਟੁੱਟ ਗਈ ਤੇ ਉਹਨੇ ਚਰਨੀ ਹੱਥ ਲਾਇਆ ਕਿ ਜਿਸ ਸਰੀਰ ਨੂੰ ਵੇਖ ਕੇ ਵਕਾਰ ਜਾਗਦੇ ਸੀ, ਕੈਸਾ ਰੱਬ ਦਾ ਪਿਆਰਾ ਆ ਗਿਆ ਜਿਹਦੇ ਮੂੰਹ ਵਿੱਚੋਂ ਬੇਟਾ ਸ਼ਬਦ ਨਿਕਲਿਆ। ਤੇ ਇੱਕ ਰੱਬ ਦੇ ਪਿਆਰੇ ਨੇ ਜੀਵਨ ਬਦਲਿਆ। ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਜੇ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰ ਧਾਰੋ। ਰੱਬ ਦਾ ਨਾਮ ਲਓ, ਆਪਣੇ ਜੀਵਨ ਬਣਾਓ ਤੇ ਜੀਵਨ ਬਣਾ ਕੇ ਦੂਜਰਿਆਂ ਦਾ ਵੀ ਭਲਾ ਕਰੋ। ਗੁਰ ਸਿੱਖ ਸੇਵ ਕਰੇ ਚਿਤ ਲਾਏ। ਸਤਿਗੁਰੂ ਕਹਿੰਦੇ ਆ ਵੀ ਖਾਲਸੇ ਦੀ ਨਿਸ਼ਾਨੀ ਹੈ ਵੀ ਗੁਰਸਿੱਖਾਂ ਦੀ ਸੇਵਾ ਕਰੇ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ। ਪਾਏ ਜਿਉ ਕੋਈ ਗੁਰਸਿੱਖ ਮਿਲੇ ਉਹਦੇ ਚਰਨੀ ਵੀ ਹੱਥ ਲਾ ਦੇਵੇ, ਗੁਰੂ ਕਾ ਰੂਪ ਸਮਝ ਕੇ। ਮਾਫ ਕਰਿਓ, ਅੱਜ ਗੁਰਸਿੱਖ ਮਿਲੇ, ਅੱਜ ਪੈਰਾਂ ਨੂੰ ਪੈਂਦੇ ਤੇ ਹੈਗੇ ਆ, ਪਰ ਲੱਤਾਂ ਖਿੱਚਣ ਲਈ ਪੈਂਦੇ ਆ, ਸਤਕਾਰ ਲਈ ਨਹੀਂ ਪੈਂਦੇ। ਪਰ ਸਿੱਖ ਸਿੱਖ ਦਾ ਸਤਕਾਰ ਕਰੇ ਗੁਰੂ ਕਾ ਰੂਪ ਜਾਣ ਕੇ। ਆਪਾ ਮਨ ਕਾ ਸਗਲ ਮਿਟਾਏ। ਤੇ ਆਪਣਾ ਆਪ ਮਿਟਾ ਦੇਵੇ, ਆਪਣੀ ਹਸਤੀ ਖਤਮ ਕਰ ਲਵੇ, ਮੈਂ ਮੇਰੀ ਤੋਂ ਦੂਰ ਹੋ ਜਾਵੇ, ਹਉਮੈ ਛੱਡ ਦਵੇ। ਇਨ ਕਰ ਮਨ ਮਹਿ ਜੋ ਪ੍ਰਧਾਨ। ਕਲਗੀਧਰ ਜੀ ਕਹਿੰਦੇ ਜਿਹੜਾ ਇਸ ਤਰ੍ਹਾਂ ਰਹਿਤ ਰੱਖਦਾ ਹੈ, ਨਾਮ ਅਭਿਆਸੀ ਹੈ, ਨਿਤਨੇਮੀ ਹੈ, ਗੁਰਦੁਆਰੇ ਜਾਂਦਾ, ਦਰਸ਼ਨ ਕਰਦਾ, ਸਿੱਖਾਂ ਦੀ ਸੇਵਾ ਕਰਦਾ, ਕਿਸੇ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਦਾ, ਸੋ ਸਿੱਖ ਮੇਰਾ ਰੂਪ ਪਹਿਚਾਨ। ਕਲਗੀਧਰ ਕਹਿੰਦੇ ਉਹੀ ਮੇਰਾ ਰੂਪ ਹੈ, ਦੂਸਰਾ ਨਹੀਂ। ਪਹਿਰਾਵੇ ਕਰਕੇ ਕੋਈ ਕਲਗੀਆਂ ਵਾਲੇ ਦਾ ਰੂਪ ਨਹੀਂ ਬਣਦਾ, ਜੀਵਨ ਕਰਕੇ ਕਲਗੀਆਂ ਵਾਲੇ ਦਾ ਰੂਪ ਬਣਦਾ ਹੈ, ਜਿਹੜਾ ਕਲਗੀਧਰ ਪਾਤਸ਼ਾਹ ਦੀ ਦੱਸੀ ਰਹਿਤ ਤੇ ਤੁਰਦਾ। ਤਾਂ ਹੀ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਸ ਤਰ੍ਹਾਂ ਰਹਿਣੀ ਬਹਿਣੀ ਵਾਲਾ ਸਤਿਗੁਰ ਦਾ ਰੂਪ ਹੈ। ਦੋਹਰਾ ਐਸੇ ਗੁਰਸਿੱਖ ਮਾਨਵ, ਸੇਵਾ ਕਰੇ ਜੋ ਕੋਏ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਗੁਰਸਿੱਖਾਂ ਦੀ
ਦੀ ਸੇਵਾ ਕਰਨ ਵਾਲਾ ਗੁਰੂ ਕਾ ਰੂਪ ਹੈ। ਤਨ ਮਨ ਧਨ ਪੁਨ ਅਰਪਕੈ ਸੋ ਮੁਝ ਸੇਵਾ ਹੋਏ। ਕਿਉਂਕਿ ਜਿਹੜਾ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ ਨਾ, ਤਨ ਮਨ ਧਨ ਸਮਰਪਿਤ ਕਰਕੇ, ਕਹਿੰਦੇ ਉਹ ਸੇਵਾ ਕੱਲੀ ਗੁਰਸਿੱਖ ਦੀ ਨਹੀਂ, ਉਹ ਸੇਵਾ ਗੁਰੂ ਨਾਨਕ ਦੀ ਸੇਵਾ ਦੇ ਬਰਾਬਰ ਹੁੰਦੀ ਹੈ। ਐਸੇ ਗੁਰਸਿੱਖ ਸੇਵਕੀ ਮੋਹ ਪਹੁੰਚੇ ਆਏ। ਤੇ ਸਤਿਗੁਰੂ ਕਹਿੰਦੇ ਜਿਹੜੇ ਗੁਰਬਾਣੀ ਦੇ ਵਿੱਚ ਭਿੱਜੇ ਨੇ, ਨਾਮ ਵਿੱਚ ਭਿੱਜੇ ਨੇ, ਐਸੇ ਗੁਰਸਿੱਖਾਂ ਦੀ ਸੇਵਾ ਕਲਗੀਧਰ ਪਾਤਸ਼ਾਹ ਦੀ ਦਰਗਾਹ ਤੱਕ ਪਹੁੰਚਦੀ ਹੈ। ਸੁਨਹੁ ਨੰਦ ਚਿਤ ਦੇ ਕਰ ਮੁਕਤ ਬੈਕੁੰਠ ਪਾਏ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ, ਭਾਈ ਨੰਦ ਲਾਲ ਜੀ, ਇਹ ਬਚਨਾਂ ਨੂੰ ਧਿਆਨ ਨਾਲ ਸੁਣੋ। ਜਿਹੜਾ ਇਹਨਾਂ ਬਚਨਾਂ ਤੇ ਪਹਿਰਾ ਦੇਵੇਗਾ ਮੁਕਤ ਹੋਵੇਗਾ ਤੇ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਨੰਦ ਲਾਲ ਉਵਾਚ ਨਿਰਗੁਣ ਸਰਗੁਣ ਗੁਰ ਸ਼ਬਦ ਕਹੇ ਰੂਪ ਤੁਮ ਤੀਨ। ਭਾਈ ਨੰਦ ਲਾਲ ਜੀ ਕਹਿੰਦੇ, ਕਲਗੀਧਰ ਜੀ ਤੁਸਾਂ ਤਿੰਨ ਰੂਪ ਦੱਸੇ, ਇੱਕ ਨਿਰਗੁਣ ਦਾ, ਗੁਰ ਸ਼ਬਦ ਦਾ ਤੇ ਤੀਸਰਾ ਗੁਰਸਿੱਖਾਂ ਦਾ। ਨਿਰਗੁਣ ਰੂਪ ਨਹੀਂ ਦੇਖੀਏ ਸਰਗੁਣ ਸਿੱਖ ਅਧੀਨ। ਨਿਰਗੁਣ ਰੂਪ ਹਰ ਕੋਈ ਵੇਖ ਨਹੀਂ ਸਕਦਾ, ਰੱਬ ਦੇ ਪਿਆਰੇ ਵੇਖਦੇ, ਤੇ ਸਰਗੁਣ ਰੂਪ ਸਿੱਖਾਂ ਦੇ ਵਿੱਚੋਂ ਹਰ ਇੱਕ ਜਾਣਾ ਵੇਖ ਸਕਦਾ ਹੈ। ਜਦੋਂ ਕੋਈ ਬਾਣੇ ਦਾ ਧਾਰਨੀ ਬਾਣੀ ਪੜਨ ਵਾਲਾ ਹੁੰਦਾ ਹੈ ਨਾ ਖਾਲਸਾ ਜੀ, ਉਸ ਸਿੱਖ ਦੇ ਚਿਹਰੇ ਦੇ ਵਿੱਚੋਂ ਕਲਗੀਆਂ ਵਾਲੇ ਦੀ ਝਲਕਾਂ ਜ਼ਰੂਰ ਪੈਂਦੀਆਂ ਨੇ। ਚਉਪਈ ਤੁਮਰਾ ਨਿਰਗੁਣ ਰੂਪ ਅਪਾਰ। ਭਾਈ ਨੰਦ ਲਾਲ ਜੀ ਕਹਿੰਦੇ, ਤੁਹਾਡਾ ਨਿਰਗੁਣ ਰੂਪ ਅਪਰ ਅਪਾਰ ਹੈ। ਸੋ ਕਿਮ ਦੇਖੈ ਦੀਨ ਦਇਆਰਾ। ਉਹ ਇਨ੍ਹਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਜਗਤ ਰੂਪ ਤੁਮ ਕਹੋ ਸੁਆਮੀ। ਕਿਉਂਕਿ ਪਾਤਸ਼ਾਹ ਤੁਸੀਂ ਜਗਤ ਗੁਰੂ ਹੋ, ਜਗਤ ਨੂੰ ਸਾਜਣ ਵਾਲੇ ਹੋ, ਘਟ ਘਟ ਵਾਸੀ ਅੰਤਰਯਾਮੀ। ਤੇ ਘਟ ਘਟ ਵਿੱਚ ਵਸਦੇ ਹੋ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਥਾਂ ਥਾਂ ਤੇ ਸੱਚੇ ਪਾਤਸ਼ਾਹ ਤੁਸੀਂ ਹਾਜ਼ਰ ਹੋ। ਸ੍ਰੀ ਗੁਰੂ ਵਾਚ ਸੁਨੋ ਸਿੱਖ ਭਾਈ ਨੰਦ ਲਾਲ। ਹੁਣ ਕਲਗੀਧਰ ਪਾਤਸ਼ਾਹ ਜੀ ਭਾਈ ਨੰਦ ਲਾਲ ਨੂੰ ਕਹਿੰਦੇ, ਮੇਰਾ ਬਚਨ ਸੁਣੋ। ਤੁਮ ਹੈ ਹਮਾਰੇ ਬਚਨ ਰਸਾਲ। ਇਹ ਬਚਨ ਤੁਹਾਡੇ ਖਾਸ ਕਰਕੇ ਕਰ ਰਿਹਾ ਹਾਂ, ਜੋ ਸਿੱਖਾਂ ਨੂੰ ਤੁਸਾਂ ਦੱਸਣੇ ਨੇ। ਗੁਰਮੁਖ ਸਰਗੁਣ ਰੂਪ ਸੁਜਾਨ। ਜਿਹੜਾ ਗੁਰਮੁਖਾਂ ਵਾਲਾ ਖਾਲਸੇ ਵਾਲਾ ਰੂਪ ਹੈ, ਇਹ ਸੁਜਾਨ ਹੈ, ਬੜਾ ਸੁੰਦਰ ਰੂਪ ਹੈ। ਸਤਿਗੁਰੂ ਆਪਣੇ ਖਾਲਸੇ ਨੂੰ ਸੁੰਦਰ ਕਹਿ ਰਹੇ ਨੇ। ਪ੍ਰਿਤਮ ਸੇਵ ਗੁਰ ਹਿਤ ਚਿਤ ਕਾਨ। ਜਿਹੜੇ ਗੁਰਸਿੱਖ ਆ ਕਰਕੇ ਗੁਰਸਿੱਖਾਂ ਦੀ ਸੇਵਾ ਕਰਦੇ, ਗੁਰੂ ਦੀ ਸੇਵਾ ਕਰਦੇ, ਉਹ ਦੁਨੀਆ ਵਿੱਚ ਬੜੇ ਸੁੰਦਰ ਨੇ। ਗੁਰਸਿੱਖ ਸੇਵ ਸ਼ਬਦ ਜੋਗ ਹੋ। ਤੇ ਗੁਰਸਿੱਖਾਂ ਦੀ ਸੇਵਾ ਦੇ ਨਾਲ ਨਾਲ ਜਿਹੜੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਸ਼ਬਦ ਸਰੂਪ ਜੋ ਇਹ ਬਿਦਲਾ ਹੋ। ਇਸ ਕਰਕੇ ਸ਼ਬਦ ਸਰੂਪ ਵੀ ਪ੍ਰਧਾਨ ਹੈ ਗੁਰੂ ਘਰ ਦੇ ਵਿੱਚ। ਇਹ ਤਿੰਨੇ ਰੂਪਾਂ ਦੇ ਦਰਸ਼ਨ ਕਰਨੇ ਸਿੱਖ ਦੇ ਜੀਵਨ ਦੀ ਮੰਜ਼ਿਲ ਹੈ। ਸ਼ਬਦ ਸਰੂਪ ਵਾਕ ਜੋ ਧਾਰੇ। ਤੇ ਜਿਹੜਾ ਸ਼ਬਦ ਸਰੂਪ ਦਾ ਵਾਕ ਧਾਰਦਾ ਹੈ, ਬਚਨ ਧਾਰਦਾ ਹੈ, ਤਿਸ ਤੇ ਲਖੀਏ ਅਪਰ ਅਪਾਰੇ। ਸਤਿਗੁਰੂ ਕਹਿੰਦੇ ਇਹ ਅਪਰ ਅਪਾਰ ਹੈ। ਆ ਵੇਖੋ ਜੋ ਬਚਨ ਪਹਿਲਾਂ ਕੀਤਾ ਨਾ, ਵੀ ਜਦੋਂ ਸ਼ਬਦ ਦਾ ਵਾਕ ਹੁੰਦਾ ਹੈ ਉਹਨੂੰ ਕਹਿੰਦੇ ਉਹ ਰੂਪ ਕਲਗੀਧਰ ਪਾਤਸ਼ਾਹ ਦਾ। ਜਦੋਂ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਤੇ ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਬੋਲ ਹੁੰਦੇ ਨੇ। ਤੇ ਮੈਂ ਗੋਸ਼ਟ ਕਹੀ ਸੋ ਭਾਈ। ਸਤਿਗੁਰੂ ਕਲਗੀਧਰ ਜੀ ਕਹਿੰਦੇ ਸ਼ਬਦ ਵਾਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਖੁਦ ਬੋਲ ਰਹੇ ਹੁੰਦੇ ਨੇ। ਪੜੇ ਸੁਨੇ ਜੋ ਮਨ ਚਿਤ ਲਾਈ। ਤੇ ਜਿਹੜਾ ਸ਼ਬਦ ਨੂੰ ਮਨ ਚਿਤ ਲਾ ਕਰਕੇ ਪੜਦਾ ਹੈ ਜਾਂ ਸੁਣਦਾ ਹੈ, ਤਿਸ ਕੀ ਮਹਿਮਾ ਕਹੋ ਬਖਾਨ। ਮਹਾਰਾਜ ਕਹਿੰਦੇ ਐਸੇ ਸਿੱਖ ਦੀ ਮਹਿਮਾ ਨਹੀਂ ਬਿਆਨ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਨਾ ਹਜੂਰ ਸਾਹਿਬ ਦੀ ਧਰਤੀ ਤੇ ਇੱਕ ਵਾਰ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਜਾਂ ਬਾਣੀ ਸੁਣਦੇ ਉਹਨਾਂ ਦੀ ਮਹਿਮਾ ਕੀ ਹੈ? ਤੇ ਸਤਿਗੁਰੂ ਕਹਿੰਦੇ ਕਥਤ ਨਾ ਜਾਤ ਦਾਸ ਜਸ ਮੋਹ ਪੇ ਰਸਨਾ ਇਤੀ ਨਾ ਜਾਤ ਉਚਾਰੋ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ, ਜਿਹੜਾ ਕੋਈ ਗੁਰਸਿੱਖ ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਹੈ, ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਮਹਾਰਾਜ ਕਹਿੰਦੇ ਮੇਰੀ ਰਸਨਾ, ਮੇਰੀ ਜ਼ਬਾਨ ਵਿੱਚ ਇੰਨੀ ਤਾਕਤ ਨਹੀਂ ਮੈਂ ਐਸੇ ਗੁਰਸਿੱਖ ਦੀ ਵਡਿਆਈ ਕਰ ਸਕਾਂ। ਸਰਬਲੋ ਗ੍ਰੰਥ ਚ ਮਹਾਰਾਜ ਨੇ ਕਿਹਾ ਵੀ ਐਸੇ ਗੁਰਸਿੱਖ ਦੀ ਵਡਿਆਈ ਨਹੀਂ ਹੋ ਸਕਦੀ। ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਾ ਵੀ ਕੋਈ ਜਨ ਹਾਰਸਿਓ ਦੇਵੈ ਜੋਰ ਚਰਨ ਗਹੋਂ ਬਕੋਂ ਸੁਬਰਸਨਾ ਦੀਜੇ ਪ੍ਰਾਨ ਕੋਰ। ਜਿਹੜਾ ਰੱਬ ਦੀ ਗੱਲ ਦੱਸ ਰਿਹਾ ਹੈ, ਸਤਿਗੁਰੂ ਕਹਿੰਦੇ ਐਸੇ ਗੁਰਸਿੱਖ ਦੇ ਸਤਕਾਰ ਵਾਸਤੇ ਚਰਨ ਗਹੋਂ ਉਸ ਸਿੱਖ ਦੇ ਚਰਨ ਫੜ ਲੈ ਤਾਂ ਵੀ ਥੋੜੇ ਨੇ।
ਬਕੋਂ ਸੁਬਰਸਨਾ, ਰੱਬ ਦੇ ਪਿਆਰੇ ਵਾਸਤੇ ਚੰਗੇ ਬੋਲ ਬੋਲਦੇ ਉਹ ਵੀ ਥੋੜੇ ਨੇ। ਇੱਕ ਰੱਬ ਦੇ ਪਿਆਰੇ ਦੀ ਵਡਿਆਈ ਵਾਸਤੇ ਦੀ ਜਹੇ ਪ੍ਰਾਨ ਕੋਰ। ਸਿੱਖਾ, ਇੱਕ ਰੱਬ ਦੇ ਪਿਆਰੇ ਦੀ ਵਡਿਆਈ ਵਾਸਤੇ ਤੂੰ ਆਪਣੀ ਜਿੰਦ ਵੀ ਕੱਢ ਕੇ ਲਾ ਦਵੇਂ ਤੇ ਤੇਰੀ ਜਿੰਦ ਕੱਢੀ ਹੋਈ ਵੀ ਥੋੜੀ ਪੈ ਜਾਵੇ। ਕਥਤ ਨਾ ਜਾਤ ਦਾਸ ਜਸ ਮੋਹ ਪਏ, ਰਸਨਾ ਇਤੀ ਨਾ ਜਾਤ ਉਚਾਰੋ। ਸਤਿਗੁਰੂ ਕਹਿੰਦੇ ਜਿਹੜੇ ਸਿੱਖ ਬਾਣੀ ਸੁਣਦੇ ਨੇ, ਸੁਣਾਉਂਦੇ ਨੇ, ਜਿਹੜੇ ਆਪ ਜਪਦੇ ਦੂਸਰਿਆਂ ਨੂੰ ਜਪਾਉਂਦੇ, ਐਸੇ ਸਿੱਖਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਜੋਤੀ ਜੋਤ ਮਿਲੈ ਮੋਹਿਆਨ। ਕਿਉਂਕਿ ਬਾਣੀ ਪੜਨ ਵਾਲੇ ਗੁਰਸਿੱਖ, ਉਹਨਾਂ ਦੀ ਜੋਤ ਉਸ ਪਰਮਾਤਮਾ ਦੀ ਜੋਤ ਨਾਲ ਮਿਲ ਜਾਂਦੀ ਹੈ। ਖਾਲਸਾ ਜੀ, ਅੰਦਰ ਪਰਮਾਤਮਾ ਦੀ ਜੋਤ ਵਸਦੀ ਹੈ। ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ। ਅੰਦਰ ਰੱਬ ਦੀ ਜੋਤ ਹੈ। ਪਰ ਜਦੋਂ ਬੰਦਗੀ ਕਰਦੇ ਆ, ਭਜਨ ਕਰਦੇ ਆ ਨਾ, ਤੇ ਉਹ ਜਿਹੜੀ ਰੱਬ ਦੀ ਜੋਤ ਹਜੇ ਨਜ਼ਰ ਨਹੀਂ ਆ ਰਹੀ। ਇੱਕ ਮੈਂ ਅਨੁਭਵੀ ਗਿਆਨ ਆਪ ਜੀ ਨਾਲ ਸਾਂਝਾ ਕਰਾਂ। ਵੈਸੇ ਮੇਰਾ ਕੋਈ ਜਪ ਤਪ ਨਹੀਂ, ਪਰ ਜਦੋਂ ਗੁਰਸਿੱਖ ਬਾਣੀ ਪੜ੍ਹਦੇ, ਸਿਮਰਨ ਕਰਦੇ, ਨੇਤਰ ਬੰਦ ਕਰਕੇ, ਅੱਖਾਂ ਅੱਗੇ ਕਾਲਾ ਹਨੇਰਾ ਆਉਂਦਾ। ਤੇ ਕਾਲਾ ਹਨੇਰਾ ਉਦੋਂ ਹੁੰਦਾ ਜਦੋਂ ਕਿਸੇ ਕਮਰੇ ਵਿੱਚ ਰੋਸ਼ਨੀ ਨਾ ਹੋਵੇ। ਪਰ ਸਾਡੇ ਅੰਦਰ ਤਾਂ ਰੱਬ ਦੀ ਜੋਤ ਹੈ, ਉਹ ਨਜ਼ਰ ਨਹੀਂ ਆਉਂਦੀ। ਕਿਉਂਕਿ ਉਹ ਜੋਤ ਦੇ ਆਲੇ ਦੁਆਲੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਅੱਖਾਂ ਬੰਦ ਕਰਦੇ ਕਾਲਾ ਹਨੇਰਾ ਆਉਂਦਾ, ਤੇ ਕਾਲਾ ਹਨੇਰਾ ਪਰਮਾਤਮਾ ਤੋਂ ਵਿਛੋੜੇ ਦੀ ਨਿਸ਼ਾਨੀ ਹੈ। ਪਰ ਖਾਲਸਾ ਜੀ, ਜਦੋਂ ਸਿਮਰਨ ਕਰਨ ਲੱਗਾਂਗੇ ਨਾ, ਪਹਿਲਾਂ ਕਾਲਾ ਹਨੇਰਾ ਨਜ਼ਰ ਆਵੇਗਾ, ਪਰ ਜੇ ਸਿਮਰਨ ਕਰਦੇ ਰਵਾਂਗੇ, ਵਾਹਿਗੁਰੂ ਗੁਰਮੰਤਰ ਜਪਾਂਗੇ, ਕਲਗੀਧਰ ਨੂੰ ਆਵਾਜ਼ ਲਾਵਾਂਗੇ, ਐਸਾ ਸਮਾਂ ਵੀ ਆਵੇਗਾ ਵੀ ਅੱਖਾਂ ਅੱਗੇ ਕਾਲਾ ਹਨੇਰਾ ਨਹੀਂ, ਜਾਂ ਤਾਂ ਕਲਗੀਆਂ ਵਾਲੇ ਦੀ ਝਲਕਾਂ ਪੈਣਗੀਆਂ ਤੇ ਜਾਂ ਗੁਰਬਾਣੀ ਦੀਆਂ ਪੰਕਤੀਆਂ ਚੱਲਣਗੀਆਂ। ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ, ਸਗਲ ਭਵਨ ਕੇ ਨਾਇਕਾ। ਇੱਕ ਛਿਨ ਦਰਸ ਦਿਖਾਏ ਜੀ, ਨਾਮ ਜਪਾਂਗੇ, ਅੱਖਾਂ ਅੱਗੇ ਆ ਰਿਹਾ ਹਨੇਰਾ ਵੀ ਦੂਰ ਹੁੰਦਾ ਹੈ। ਸੰਮਤ 17 ਸਹਸ 152। ਸੋ ਇਹ ਸੰਮਤ ਬਿਕਰਮੀ ਦੇ ਮੁਤਾਬਕ 1752 ਸੰਮਤ ਦੀ ਗੱਲ ਹੈ, ਜਦੋਂ ਭਾਈ ਨੰਦ ਲਾਲ ਜੀ ਕਲਗੀਧਰ ਜੀ ਨਾਲ ਬਾਤਾਂ ਕਰ ਰਹੇ ਨੇ। ਮੱਘਰ ਨੌਮੀ ਸੁਖ ਦਾਵਨ। ਤੇ ਮੱਘਰ ਮਹੀਨੇ ਦੇ 9ਵੀਂ ਵਾਲਾ ਦਿਨ ਹੈ। ਸੁਰ ਗੁਰ ਵਾਹ ਸ਼ਤਦਰੂ ਸ੍ਰੀ ਤੀਰ। ਤੇ ਖਾਲਸਾ ਜੀ, ਸਤਲੁਜ ਦਾ ਕਿਨਾਰਾ ਹੈ ਅਤੇ ਸ਼ੁੱਕਰਵਾਰ ਦਾ ਦਿਨ ਹੈ। ਬਚਨ ਕਹੇ ਨੰਦ ਲਾਲ ਸੁਬੀਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਇਸ ਦਿਨ ਕਲਗੀਧਰ ਜੀ ਨੇ ਬਚਨ ਕੀਤੇ ਸਨ। ਦੋਹਰਾ ਵਾਹਿਗੁਰੂ ਗੁਰ ਜਪਈ। ਵਾਹਿਗੁਰੂ ਗੁਰੂ ਨੂੰ ਜਪਣਾ ਬਾਰ-ਬਾਰ। ਕਦੋਂ ਤੱਕ? ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਵਾਹਿਗੁਰੂ ਕਰ ਧਿਆਨ। ਪਰ ਜਦੋਂ ਜਪਣਾ, ਧਿਆਨ ਵਿੱਚ ਵੀ ਵਾਹਿਗੁਰੂ ਗੁਰਮੰਤਰ ਟਿਕਿਆ ਹੋਣਾ ਚਾਹੀਦਾ ਹੈ। ਮੁਕਤ ਲਾਭ ਮੋਹ ਹੋਏ ਹੈ। ਤੇ ਜਿਹੜਾ ਇਸ ਤਰ੍ਹਾਂ ਜਪੇਗਾ ਉਹ ਮੁਕਤ ਹੋ ਜਾਵੇਗਾ। ਗੁਰਸਿੱਖ ਰਿਦ ਮਹਿ ਜਮਾਨ। ਤੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੀਆਂ ਰਹਿਮਤਾਂ ਮਾਨੇਗਾ। ਸੋ ਖਾਲਸਾ ਜੀ, ਭਾਵੇਂ ਭਾਈ ਨੰਦ ਲਾਲ ਜੀ ਦਾ ਜੋ ਰਹਿਤਨਾਮਾ ਹੈ, ਇਹਦੀ ਵਿਚਾਰ ਜੇ 1 ਸਾਲ ਲਗਾਤਾਰ ਵੀ ਕਰੀਏ ਤੇ ਤਾਂ ਵੀ ਥੋੜੀ ਹੈ। ਕਿਉਂਕਿ ਇਹਦੇ ਵਿੱਚ ਬੜੇ ਵੱਖਰੇ ਵਿਸ਼ੇ ਖੋਲਦੇ ਨੇ। ਨਿਰਗੁਣ ਦਾ ਵੱਖਰਾ ਵਿਸ਼ਾ ਹੈ, ਸਰਗੁਣ ਦਾ ਵੱਖਰਾ ਹੈ, ਗੁਰ ਸ਼ਬਦ ਦਾ ਵੱਖਰਾ ਹੈ, ਗੁਰਸਿੱਖ ਦੀ ਰਹਿਣੀ ਦਾ ਵੱਖਰਾ ਹੈ, ਅੰਮ੍ਰਿਤ ਵੇਲੇ ਦਾ ਵੱਖਰਾ ਹੈ, ਤੇ ਉਸ ਤੋਂ ਬਾਅਦ ਫਿਰ ਪਰਤਣ ਦਾ ਵੱਖਰਾ ਹੈ, ਵਕਾਰਾਂ ਦਾ ਵੱਖਰਾ ਹੈ। ਪਰ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ, ਜਿਵੇਂ ਪਹਿਲਾਂ ਖਾਲਸਾ ਮਹਿਮਾ ਤੇ ਖਾਲਸਾ ਮੂਲ ਮੰਤਰ ਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ, ਸੋ ਇੱਕ ਕੋਸ਼ਿਸ਼ ਯਤਨ ਕੀਤਾ ਵੀ ਗੁਰਸਿੱਖਾਂ ਦੀ ਰਹਿਤਨਾਮੇ ਦੇ ਵਿੱਚੋਂ ਗੁਰਸਿੱਖਾਂ ਦੀ ਰਹਿਤ ਬਾਰੇ ਵੀ ਵਿਚਾਰ ਕੀਤੀ ਜਾਵੇ ਖਾਲਸਾ ਸਾਜਨਾ ਦਿਵਸ ਨੂੰ। ਇਸ ਕਰਕੇ ਵਿਚਾਰ ਕਰਨ ਦਾ ਯਤਨ ਕੀਤਾ। ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਜੀ ਨੇ ਬਖਸ਼ ਦੇਣਾ, ਤੇ ਜੋ ਸੁਣਿਆ ਸੁਣਾਇਆ ਉਹ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਆਪ ਸੰਗਤ ਦਾ ਧੰਨਵਾਦ, ਪ੍ਰਬੰਧਕ ਸੱਜਣਾ ਦਾ ਵੀ ਧੰਨਵਾਦ ਹੈ। ਭਾਈ ਹਰਮੀਤ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ, ਜਿਹੜੇ ਖਾਲਸਾ ਜੀ ਇਸ ਤਰ੍ਹਾਂ ਨਵੇਂ ਵਿਸ਼ੇ, ਕਿਉਂਕਿ ਖਾਲਸਾ ਮੂਲ ਮੰਤਰ, ਖਾਲਸਾ ਮਹਿਮਾ, ਪ੍ਰਾਚੀਨ ਪੰਥ ਪ੍ਰਕਾਸ਼ ਤੇ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ, ਇਹ ਐਸੇ ਸਤਿਗੁਰੂ ਦੀ ਬਾਣੀ ਦੇ ਵਿਸ਼ੇ ਨੇ, ਖਜ਼ਾਨਾ ਐਸਾ ਹੈ ਵੀ ਆਮ ਕਰਕੇ ਇਹ ਨਹੀਂ ਪ੍ਰਚਾਰਿਆ ਜਾਂਦਾ। ਪਰ ਸਤਿਗੁਰੂ ਕਹਿੰਦੇ ਜਿਹੜਾ ਇਹ ਖਜ਼ਾਨਾ ਖੋਲਦਾ ਹੈ ਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ
ਭਇਆ ਨਿਦਾਨਾ ਖਜ਼ਾਨਾ ਖੋਲ ਕੇ ਰਹਿਮਤਾਂ ਹੁੰਦੀਆਂ। ਸੋ ਆਪ ਜੀ ਨੇ ਪ੍ਰਵਾਨ ਕਰਨਾ। ਅਖੀਰ ਵਿੱਚ ਮੈਂ ਬੇਨਤੀ ਕਰਾਂ ਕਿ ਆਪ ਸਭ ਸੰਗਤ ਦੇ ਸਹਿਯੋਗ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇੱਕ ਪ੍ਰੋਜੈਕਟ ਤਵ ਪ੍ਰਸਾਦ ਵਿਦਿਆ ਕੇਂਦਰ ਦੇ ਨਾਮ ਤੋਂ ਦਾਸ ਵੱਲੋਂ ਕੁਰੂਕਸ਼ੇਤਰ ਦੀ ਧਰਤੀ ਤੇ ਆਰੰਭ ਕੀਤਾ ਹੈ, ਜਿਸ ਵਿੱਚ ਸਭ ਤੋਂ ਪਹਿਲਾਂ 13 ਬੱਚਿਆਂ ਦਾ ਬੈਚ ਚੁਣਿਆ ਗਿਆ 15 ਸਾਲ ਤੋਂ ਉੱਪਰ ਵਾਲੇ। ਉਹਦੇ ਵਿੱਚ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਨਮਸਕਾਰ ਕਰਨੀ ਹੈ, ਸਤਿਗੁਰੂ ਨੂੰ ਚੌਰ ਸਾਹਿਬ ਕਿਵੇਂ ਕਰਨਾ ਹੈ, ਰਮਾਲਾ ਸਾਹਿਬ ਕਿਵੇਂ ਅੰਗੀਕਾਰ ਕਰਾਉਣੇ, ਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਿਆ, ਕਥਾ ਕੀਰਤਨ, ਘੋੜਸਵਾਰੀ, ਸ਼ਸਤਰ ਵਿਦਿਆ, ਇਹ ਸਾਰਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅਤੇ ਨਾਲ ਹੀ ਜਿਹੜੇ ਪਰਿਵਾਰ ਡਿਪਰੈਸ਼ਨ ਵਿੱਚ ਚਲੇ ਜਾਂਦੇ ਉਹਨਾਂ ਵਾਸਤੇ ਮੈਡੀਟੇਸ਼ਨ ਸੈਂਟਰ ਕਿ ਉਹ ਆਉਣ, ਕੁਝ ਦਿਨ ਰਹਿ ਕਰਕੇ ਨਾਮ ਭਜਨ ਦੇ ਅਭਿਆਸੀ ਹੋਣ, ਉਹ ਉਪਰਾਲਾ ਆਰੰਭ ਕੀਤਾ ਹੈ। ਆਪ ਸਭ ਸੰਗਤ ਵਿੱਚੋਂ ਪਹਿਲਾਂ ਵੀ ਕਾਫੀ ਸ਼ਰੀਰਾਂ ਨੇ ਸੇਵਾ ਦਾ ਸਹਿਯੋਗ ਪਾਇਆ ਸੀ। ਸੋ ਜੋ ਵੀ ਸਿੱਖ ਸੰਗਤ ਸੇਵਾ ਪਾਉਣ ਦੇ ਚਾਹਵਾਨ ਹੋਣ, ਉਹ ਆਪ ਸਭ ਸੰਗਤ ਨੇ ਕਿਰਪਾ ਕਰਨੀ ਤਾਂ ਕਿ ਅਸੀਂ ਯਤਨ ਕਰੀਏ ਆਪਣੇ ਨੌਜਵਾਨ ਬੱਚਿਆਂ ਨੂੰ ਤਿਆਰ ਕਰਕੇ ਪ੍ਰਚਾਰਕ ਤਿਆਰ ਕਰੀਏ ਤੇ ਖਾਲਸਾ ਪੰਥ ਦਾ ਪ੍ਰਚਾਰ ਕੇਵਲ ਇੰਡੀਆ, ਕੈਨੇਡਾ, ਇਟਲੀ, ਫਰਾਂਸ ਤੱਕ ਨਹੀਂ, ਖਾਲਸਾ ਪੰਥ ਦਾ ਜੋ ਸਿੱਖਿਆ ਹੈ, ਖਾਲਸਾ ਪੰਥ ਦਾ ਪ੍ਰਚਾਰ UNO ਤੱਕ ਜਾਵੇ, ਉਹ ਟੀਚਾ ਲੈ ਕਰਕੇ ਆਪਾਂ ਸਾਰੇ ਹੰਬਲਾ ਮਾਰੀਏ। ਸੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।